ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ। ਮਾਝ ਮਹੱਲਾ ਪੰਜਵਾ। ਓਤ ਪੋਤ ਸੇਵਕ ਸੰਗ ਰਾਤਾ, ਪ੍ਰਭ ਪ੍ਰਤ ਪਾਲੇ ਸੇਵਕ ਸੁਖ ਦਾਤਾ। ਪਾਣੀ ਪੱਖਾ ਪੀਸੋ ਸੇਵਕ ਕੈ, ਠਾकुर ही का आहर जियो। ओत पोत सेवक संग राता, वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज, कलयुग के तारण हारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दे पावन पवित्र हजूरी अंदर सुभाईमान गुरु खालसा साध संगत जीओ। सतगुरु जी की महान बख्शिश का सदका ਅੰਮ੍ਰਿਤ ਵੇਲੇ ਤੋਂ ਆਪ ਸਰਬੱਤ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਓਤ ਪੋਤ ਸੇਵਕ ਸੰਗ ਰਾਤਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਅਕਾਲ ਪੁਰਖ ਪਰਮਾਤਮਾ ਦਾ ਸਰੂਪ ਸਰਬ ਵਿਆਪਕ ਹੈ। ਜਗਤ ਅੰਦਰ ਜਿੰਨੇ ਵੀ ਜੀਵ ਪੈਦਾ ਕੀਤੇ ਹਨ, ਜੜ ਜੰਗਮ ਸਭ ਜੀਵਾਂ ਦੇ ਅੰਦਰ ਪਰਮਾਤਮਾ ਤਾਣੇ ਪੇਟੇ ਵਾਂਗ ਵਰਤ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਰ ਇੱਕ ਘਟ ਦੇ ਅੰਦਰ ਵਰਤ ਰਿਹਾ ਹੈ। ਪਰ ਸਾਖਸ਼ਾਤ ਕਿੰਨਾ ਗੁਰਮੁਖਾਂ ਦੇ ਹਿਰਦੇ ਵਿੱਚ ਹੋਇਆ, ਜਿਨ੍ਹਾਂ ਨੇ ਆਪਾ ਭਾਵ ਗਵਾ ਕੇ ਪਰਮਾਤਮਾ ਨੂੰ ਯਾਦ ਕੀਤਾ ਹੈ, ਜਿਨ੍ਹਾਂ ਨੇ ਸੇਵਕ ਬਣ ਕੇ ਪਰਮਾਤਮਾ ਦੀ ਸਿਮਰਨ ਰੂਪ ਸੇਵਾ ਕੀਤੀ ਹੈ। ਉਹ ਗੁਰਮੁਖ ਪਿਆਰਿਆਂ ਦੇ ਹਿਰਦੇ ਅੰਦਰ ਪਰਮੇਸ਼ਰ ਸਦਾ ਹੀ ਸਾਖਸ਼ਾਤ ਰਹਿੰਦਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਐਸਾ ਉਹ ਪਰਮਾਤਮਾ ਦਾ ਸਰਬ ਵਿਆਪਕ ਸਰੂਪ ਹੈ। ਆਪਣੇ ਪਿਆਰਿਆਂ ਦੇ ਜਨਾਂ ਦੇ ਹਿਰਦੇ ਅੰਦਰ ਸਦਾ ਹੀ ਸਾਖਸ਼ਾਤ ਹੋ ਕਰਕੇ ਰਹਿੰਦਾ। ਹਜੂਰ ਕਹਿੰਦੇ ਤਾਣੇ ਪੇਟੇ ਦੀ ਤਰ੍ਹਾਂ ਉਹ ਪਰਮਾਤਮਾ ਆਪਣੇ ਪਿਆਰਿਆਂ ਦੇ ਹਿਰਦੇ ਅੰਦਰ ਸਾਖਸ਼ਾਤ ਹੋ ਰਿਹਾ ਹੈ। ਪ੍ਰਭ ਪ੍ਰਤ ਪਾਲੇ ਸੇਵਕ ਸੁਖ ਦਾਤਾ। ਐਸਾ ਉਹ ਪਰਮੇਸ਼ਰ ਹੈ ਜੋ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰ ਰਿਹਾ ਹੈ। ਜਿਵੇਂ ਸਾਧ ਸੰਗਤ ਜੀ, ਇੱਕ ਬੱਚਾ ਹੁੰਦਾ,
ਜੋ ਮਾਂ ਦੀ ਗੋਦ ਵਿੱਚ ਬੈਠਦਾ ਹੈ, ਮਾਂ ਹਰ ਸਮੇਂ ਉਹਦੇ ਵੱਲ ਧਿਆਨ ਦਿੰਦੀ ਹੈ, ਚੰਗੇ ਢੰਗ ਦੇ ਨਾਲ ਉਹਦੀ ਪਰਵਰਿਸ਼ ਕਰਦੀ ਹੈ। ਜੋ ਆਪ ਦੇ ਮਾਤਾ ਪਿਤਾ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ, ਉਹ ਮਾਤਾ ਪਿਤਾ ਦੀ ਖੁਸ਼ੀ ਵੀ ਲੈ ਲੈਂਦਾ ਹੈ। ਪਰ ਜੋ ਆਗਿਆਕਾਰ ਨਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਦਾਹਰਣ ਦੇ ਕਰਕੇ ਗੁਰਬਾਣੀ ਵਿੱਚ ਸਿੱਖਿਆ ਦਿੱਤੀ ਹੈ, ਉਹ ਕਦੇ ਮਾਤਾ ਪਿਤਾ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਦਾ। ਔਰ ਇਸ ਪ੍ਰਕਾਰ ਜਿਨ੍ਹਾਂ ਜਗਿਆਸੂ ਜਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ, ਅਕਾਲ ਪੁਰਖ ਵਾਹਿਗੁਰੂ ਦੀ ਭਜਨ ਰੂਪ ਟਹਿਲ ਕਰਨ ਦੇ ਲਈ ਗੁਰੂ ਕੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕੀਤਾ ਹੈ, ਉਹ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਤਿਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਮਹਾਨ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਹਨ। ਔਰ ਐਸੇ ਜੋ ਅਗਿਆਤ ਜੀਵ ਹਨ, ਜਿਨ੍ਹਾਂ ਨੇ ਕਦੇ ਗੁਰੂ ਕੇ ਬਚਨਾਂ ਨੂੰ ਸਤ ਕਰਕੇ ਨਹੀਂ ਮੰਨਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰੂ ਕੀਆਂ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕੇ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਪਰਮੇਸ਼ਰ ਸਰਬ ਸੁੱਖਾਂ ਦਾ ਦਾਤਾ ਹੈ, ਸਾਰੀ ਸ੍ਰਿਸ਼ਟੀ ਦੀ ਉਹ ਪਰਮਾਤਮਾ ਪਰਵਰਿਸ਼ ਕਰ ਰਿਹਾ ਹੈ। ਹਰ ਇੱਕ ਘਰ ਦੇ ਅੰਦਰ ਪਰਮਾਤਮਾ ਜੀਵਾਂ ਰੂਪ ਹੋ ਕਰਕੇ ਪਰਮੇਸ਼ਰ ਵਰਤ ਰਿਹਾ ਹੈ। ਪ੍ਰਭ ਪ੍ਰਦ ਪਾਲੇ ਸੇਵਕ ਸੁਖ ਦਾਤਾ। ਜਿਸ ਸੇਵਕ ਨੇ ਭਾਵਨਾ ਦੇ ਨਾਲ ਪਰਮਾਤਮਾ ਦੀ ਭਜਨ ਰੂਪ ਟਹਿਲ ਕਮਾਈ ਹੈ, ਜੀਵਨ ਦੇ ਅੰਦਰ ਉਸ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋਈ ਹੈ, ਸੁਖਾਂ ਦੇ ਦਾਤੇ ਪਰਮੇਸ਼ਰ ਨੂੰ ਪਾ ਲਿਆ ਹੈ। ਪਾਣੀ ਪੱਖਾ ਪੀਸੋ ਸੇਵਕ ਕੈ। ਐਸਾ ਉਹ ਪਰਮਾਤਮਾ ਦਾ ਪਿਆਰਾ ਸੇਵਕ ਹੈ, ਹਰ ਸਮੇਂ ਪਰਮਾਤਮਾ ਦੇ ਸਨਮੁਖ ਹੋ ਕਰਕੇ ਬੇਨਤੀਆਂ ਕਰਦਾ ਹੈ, ਹੇ ਪਰਮਾਤਮਾ ਆਪ ਦੇ ਪਿਆਰੇ ਜਨਾਂ ਦੀ ਚਰਨਾਂ ਦੀ ਸੇਵਾ ਕਰਨੇ ਕਰਾਂ, ਮਹਾਰਾਜ ਪਾਣੀ ਢੋਵਣਾ ਕਰਾਂ, ਫਿਰ ਆਪਣੇ ਹੱਥਾਂ ਦੇ ਨਾਲ ਪੱਖਾ ਚੱਲਣ ਦੀ ਸੇਵਾ ਕਰਾਂ, ਫਿਰ ਮਹਾਰਾਜ ਚੱਕੀ ਪੀਸ ਕਰਕੇ ਆਟਾ ਤਿਆਰ ਕਰਕੇ ਆਪ ਦੇ ਪਿਆਰੇ ਸੇਵਕ ਜਨਾਂ ਨੂੰ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੂੰ ਆਪਣੇ ਹੱਥੀਂ ਛਕਾਉਣ ਦੀ ਸੇਵਾ ਕਰਾਂ। ਇਉਂ ਮਹਾਰਾਜ ਕਹਿੰਦੇ ਉਹ ਸੇਵਕ ਗੁਰਮੁਖ ਪਿਆਰਾ ਮਨ ਦੇ ਵਿੱਚ ਭਾਵਨਾ ਧਾਰਨ ਕਰਕੇ ਨਿਮਰਤਾਵਾਨ ਹੋ ਕੇ ਇਉਂ ਬਾਰ-ਬਾਰ ਗੁਰੂ ਚਰਨਾਂ ਵਿੱਚ ਬੇਨਤੀਆਂ ਕਰਦਾ ਹੈ। ਠਾਕੁਰ ਹੀ ਕਾ ਆਹਰ ਜੀਓ। ਇੱਕ ਇਹ ਆਪਣੇ ਮਨ ਦੇ ਵਿੱਚ ਆਹਰ ਉਦਮ ਧਾਰਨ ਕਰਕੇ ਰੱਖਦਾ ਕਿ ਹੇ ਪ੍ਰਮਾਤਮਾ ਆਪ ਦੇ ਪਿਆਰਿਆਂ ਦੀ ਚਰਨਾਂ ਦੀ ਸੇਵਾ ਕਰਾਂ, ਮਹਾਰਾਜ ਪੱਖਾ ਚੱਲਾਂ, ਫਿਰ ਜਲ ਢੋਣ ਦੀ ਸੇਵਾ ਕਰਾਂ, ਜਲ ਛਕਾਉਣ ਦੀ ਸੇਵਾ ਕਰਾਂ। ਇਹ ਮੇਰੇ ਮਨ ਦੇ ਵਿੱਚ ਮਹਾਰਾਜ ਹਰ ਸਮੇਂ ਉਦਰ ਬਣਿਆ ਰਹੇ, ਇਹ ਆਪ ਕਿਰਪਾ ਕਰਕੇ ਮੈਨੂੰ ਦਾਤ ਬਖਸ਼ੋ। ਔਰ ਜੋ ਬੰਦਗੀ ਕਰਨ ਵਾਲੇ ਮਹਾਰਾਜ ਸੱਚੇ ਆਪ ਜੀ ਦੇ ਸੇਵਕ ਹਨ, ਕਿਉਂਕਿ ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਵੀ ਸੇਵਕ ਦੇ ਲੱਛਣ ਦੱਸੇ ਹੈ, ਕਿਉਂਕਿ ਹਰ ਕਾ ਸੇਵਕ ਸੋ ਹਰ ਜੇਹਾ। ਕਹਿੰਦੇ ਹਨ ਕਿ ਜੋ ਪਰਮੇਸ਼ਰ ਦਾ ਪਿਆਰਾ ਸੱਚਾ ਸੇਵਕ ਹੈ, ਉਹ ਪਰਮਾਤਮਾ ਦਾ ਹੀ ਸਰੂਪ ਹੋ ਜਾਂਦਾ ਹੈ। ਜਾਣੋ ਕਿ ਰੱਬ ਦਾ ਦੂਸਰਾ ਰੂਪ ਹੈ, ਜਿਸ ਨੇ ਆਪਣੇ ਜੀਵਨ ਦੇ ਅੰਦਰ ਸੇਵਕਾਂ ਵਾਲੇ ਗੁਣ ਧਾਰਨ ਕੀਤੇ ਹੋਏ ਹੈ। ਕਿਉਂਕਿ ਸਤ ਸੰਗਤ ਗੁਰਬਾਣੀ ਦਾ ਬਚਨ ਹੈ, ਜੋ ਮਨੁੱਖ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਭਾਵਨਾ ਦੇ ਨਾਲ ਕਰਦਾ, ਉਹਦਾ ਜੀਵਨ ਸਫਲਾ ਹੋ ਜਾਂਦਾ। ਪਰ ਸੇਵਕ ਦੇ ਵਿੱਚ ਵੀ ਸਤ ਸੰਗਤ ਜੀ ਕੁਝ ਗੁਣ ਹੋਣੇ ਚਾਹੀਦੇ ਹੈ, ਸੇਵਕ ਦੇ ਵੀ ਕੁਝ ਲੱਛਣ ਹਨ। ਹਜ਼ੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੁਖਮਨੀ ਸਾਹਿਬ ਪਾਵਨ ਬਾਣੀ ਦੇ ਅੰਦਰ ਅਸੀਂ ਬਚਨ ਪੜ੍ਹਦੇ ਹਾਂ ਕਿ ਜੋ ਗੁਰੂ ਕਾ ਸਿੱਖ ਹੈ, ਜੇ ਸੇਵਕ ਬਣ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕਰਨਾ ਚਾਹੁੰਦਾ, ਉਹਦੇ ਅੰਦਰ ਕੁਝ ਗੁਣ ਹੋਣੇ ਚਾਹੀਦੇ ਹੈ। ਜੀਵਨ ਦੇ ਅੰਦਰ ਮਨੁੱਖ ਸਿੱਖੀ ਨੂੰ ਤਾਂ ਹੀ ਕਮਾ ਕੇ ਜੀਵਨ ਸਫਲ ਬਣਾ ਸਕਦਾ ਜੇ ਸੇਵਾ ਤੇ ਸਿਮਰਨ ਹੋਵੇ, ਕਿਉਂਕਿ ਇਹ ਸਿੱਖੀ ਦੇ ਦੋ ਥੰਮ ਹਨ, ਸੇਵਾ ਅਤੇ ਸਿਮਰਨ। ਜੀਵਨ ਦੀ ਤਾਂ ਹੀ ਸਫਲਤਾ ਹੁੰਦੀ ਹੈ ਜੇ ਜੀਵ ਦੇ ਕੋਲ ਸੇਵਾ ਅਤੇ ਸਿਮਰਨ ਹੋਵੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸੇਵਕਾਂ ਨੂੰ ਮਹਾਨ ਗੁਰਬਾਣੀ ਵਿੱਚ ਵਡਿਆਈ ਬਖਸ਼ੀ ਹੈ, ਜਿਨ੍ਹਾਂ ਨੇ ਨਿਮਰਤਾਵਾਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਐਸੇ ਗੁਰਮੁਖਾਂ ਦੇ ਪਰਥਾਏ
ਹਜੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਕਹਿੰਦੇ ਹਨ ਕਿ ਜਿਹੜਾ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਸੇਵਕ ਬਣ ਕੇ ਰਹਿੰਦਾ, ਉਹਦਾ ਪਹਿਲਾ ਲੱਛਣ ਕੀ ਹੈ? ਹਜੂਰ ਨੇ ਫਰਮਾਨ ਕੀਤਾ, ਕਹਿੰਦੇ ਹਨ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਸਤਿਗੁਰੂ ਜੀ ਦੀ ਆਗਿਆ ਨੂੰ ਸਤ ਕਰਕੇ ਮੰਨਣਾ, ਇਹ ਪਹਿਲਾ ਲੱਛਣ ਹੈ ਸੇਵਕ ਦਾ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਆਪ ਸਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਆਪਣਤ ਨੂੰ ਕਦੇ ਵੀ ਜਣਾਵੇ ਨਾ, ਆਪਾ ਭਾਵ ਕਦਾ ਚਿੱਤ ਵੀ ਕਿਸੇ ਦੇ ਸਾਹਮਣੇ ਜ਼ਾਹਰ ਨਾ ਕਰੇ। ਆਪਣਤ ਨਾ ਕਦੀ ਵੀ ਜਣਾਵਣਾ ਕਰੇ। ਹੰਕਾਰ ਨੂੰ, ਅਭਿਮਾਨ ਨੂੰ ਮੇਟ ਕੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਅੰਦਰ ਸਦਾ ਹੀ ਯਾਦ ਕਰਨਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਬਚਨ ਕੀਤਾ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਵਿਵਹਾਰਕ ਔਰ ਪਰਮਾਰਥਿਕ ਸਭ ਕਾਰਜ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੇਵਕ ਦੇ ਸਵਾਰ ਦਿੰਦੇ ਆ, ਜਿਹੜਾ ਨਿਮਰਤਾਵਾਨ ਹੋ ਕੇ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ। ਸੇਵਾ ਕਰਨੀ ਸਾਧ ਸੰਗਤ ਜੀ ਬੜੀ ਕਠਿਨ ਹੈ। ਹਜੂਰ ਦੇ ਅਸੀਂ ਬਚਨ ਪੜ੍ਹਦੇ ਹਾਂ, ਸਤਿਗੁਰ ਕੀ ਸੇਵਾ ਗਾਖੜੀ। ਬਹੁਤ ਕਠਿਨ ਹੈ ਗੁਰੂ ਚਰਨਾਂ ਦੀ ਸੇਵਾ ਕਰਨੀ, ਕਿਉਂਕਿ ਹੰਕਾਰ ਰੂਪੀ ਸੀਸ ਵੱਢ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਜਾ ਸਕਦੀ ਹੈ। ਅਭਿਮਾਨ ਤੋਂ, ਹੰਕਾਰ ਤੋਂ ਰਹਿਤ ਹੋ ਕੇ ਨਿਮਰਤਾਵਾਨ ਹੀ ਗੁਰਮੁਖ ਪਿਆਰਾ ਗੁਰੂ ਚਰਨਾਂ ਦੀ ਸੇਵਾ ਕਰ ਸਕਦਾ। ਤੇ ਸਤਿਗੁਰੂ ਜੀ ਨੇ ਫਰਮਾਨ ਕੀਤਾ, ਐਸਾ ਉਹ ਗੁਰਸਿੱਖ ਹੈ ਜਿਨ੍ਹਾਂ ਸੇਵਕ ਬਣ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ, ਤੇ ਇਸ ਦੇ ਸਾਰੇ ਕਾਰਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਵਾਰ ਦਿੱਤੇ ਹੈ। ਔਰ ਹਜੂਰ ਨੇ ਫਰਮਾਨ ਕੀਤਾ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਜੇ ਕਾਮਨਾ ਤੋਂ ਰਹਿਤ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕਰਦਾ, ਨੂੰ ਵਾਹਿਗੁਰੂ ਦੇ ਸਰੂਪ ਦੀ ਅਪੇਰਤਾ ਮਿਲ ਜਾਂਦੀ ਹੈ। ਕਿਉਂਕਿ ਸੇਵਾ ਦੋ ਤਰ੍ਹਾਂ ਕਰਕੇ ਕੀਤੀ ਜਾਂਦੀ ਹੈ, ਇੱਕ ਕਾਮਨਾ ਸਹਿਤ ਔਰ ਦੂਜੀ ਹੈ ਕਾਮਨਾ ਰਹਿਤ। ਨਿਸ਼ਕਾਮ ਹੋ ਕੇ ਜਗਤ ਦੇ ਕਿਸੇ ਵੀ ਸੁੱਖ ਦੇ, ਸੰਸਾਰ ਦੀ ਕੋਈ ਮਨ ਦੇ ਵਿੱਚ ਇੱਛਾ ਕਿਸੇ ਤਰ੍ਹਾਂ ਦੀ ਤਮਾ ਨਾ ਰੱਖਣੀ, ਕੇਵਲ ਇੱਕ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮੰਗਣੀ ਹੈ। ਮਹਾਰਾਜ ਆਪ ਕਿਰਪਾ ਕਰੋ ਸਾਨੂੰ, ਮਹਾਰਾਜ ਨਾ ਦੁਨੀਆ ਦੇ ਰਾਜ ਭਾਗ ਦੀ ਲੋੜ ਹੈ, ਨਾ ਸੰਸਾਰ ਦੇ ਪਦਾਰਥਾਂ ਦੀ, ਮਹਾਰਾਜ ਸੰਸਾਰ ਦੇ ਸੁੱਖਾਂ ਦੀ ਵੀ ਸਾਨੂੰ ਕੋਈ ਚਾਹਤ ਨਹੀਂ ਹੈ। ਕੇਵਲ ਆਪ ਜੀ ਦੇ ਚਰਨਾਂ ਦੀ ਪ੍ਰੀਤ ਸਾਡੇ ਹਿਰਦੇ ਅੰਦਰ ਬਣੀ ਰਹੇ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਐਸੀ ਕਿਰਪਾ ਕਰਕੇ ਮਹਾਰਾਜ ਸਾਡੀ ਝੋਲੀ ਵਿੱਚ ਦਾਤ ਪਾਵੋ। ਐਸੇ ਜੋ ਸੇਵਕ ਬਣ ਕੇ ਗੁਰੂ ਚਰਨਾਂ ਦੀ ਸੇਵਾ ਕਰਦੇ, ਮਹਾਰਾਜ ਕਹਿੰਦੇ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਜਿਸ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਉਹ ਗੁਰੂ ਕੀ ਮਤ ਲਾ ਕੇ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ। ਕਿਉਂਕਿ ਥੋੜੀ ਮਤ ਵਾਲਾ ਮਨੁੱਖ ਸਾਧ ਸੰਗਤ ਜੀ ਸੇਵਾ ਕਰਕੇ ਵੀ ਉਹਦਾ ਲਾਹਾ ਨਹੀਂ ਪ੍ਰਾਪਤ ਕਰ ਸਕਦਾ। ਜੇਕਰ ਤੁਛ ਬੁੱਧੀ ਹੈ, ਮਤ ਥੋੜੀ ਹੈ, ਉਹ ਸੇਵਾ ਕਰਕੇ ਵੀ ਉਹਦੇ ਤੋਂ ਲਾਹਾ ਨਹੀਂ ਪ੍ਰਾਪਤ ਕਰ ਸਕਦਾ, ਫਿਰ ਹੰਕਾਰ ਕਰਦਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਮਤ ਥੋੜੀ ਸੇਵ ਗਵਾਈਐ। ਉਹ ਸੇਵਾ ਕਰਕੇ ਵੀ ਗਵਾ ਲੈਂਦਾ। ਜੇ ਗੁਰੂ ਕੀ ਮਤ ਜੀਵਨ ਦੇ ਅੰਦਰ ਧਾਰਨ ਕਰ ਲਵੇ, ਫਿਰ ਥੋੜੀ ਸੇਵਾ ਕਰਕੇ ਭਾਵਨਾ ਦੇ ਨਾਲ ਵੀ ਕਈ ਗੁਣਾ ਵੱਧ ਲਾਹਾ ਪ੍ਰਾਪਤ ਕਰ ਲੈਂਦਾ ਹੈ। ਇਹ ਸਾਧ ਸੰਗਤ ਜੀ ਸੇਵਕ ਦੇ ਲੱਛਣ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਕਿ ਜੀਵਨ ਦੇ ਅੰਦਰ ਸੇਵਾ ਕਰਨੀ ਵੀ ਬਹੁਤ ਜ਼ਰੂਰੀ ਹੈ, ਪਰ ਸੇਵਾ ਹੈ ਵੀ ਬੜੀ ਕਠਿਨ ਹੈ ਗੁਰੂ ਚਰਨਾਂ ਦੀ। ਸਤਿਗੁਰੂ ਜੀ ਜਿਸ ਜੀਵ ਤੇ ਦਇਆ ਦ੍ਰਿਸ਼ਟੀ ਕਰ ਦੇਣ, ਮਹਾਰਾਜ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਕਰਵਾ ਲੈਣ, ਉਹ ਗੁਰਸਿੱਖ ਗੁਰੂ ਚਰਨਾਂ ਦੀ ਸੇਵਾ ਕਰਦਾ ਸੱਚਾ ਸੇਵਕ ਬਣ ਕੇ। ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾ ਕੇ ਉਹ ਗੁਰੂ ਚਰਨਾਂ ਦੀ ਸੇਵਾ ਕਮਾਉਂਦਾ। ਜੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਮੁਗਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ। ਮਹਾਰਾਜ ਆਪ ਜਿਨ੍ਹਾਂ ਤੇ ਕਿਰਪਾ ਕਰਕੇ ਸੇਵਾ ਕਰਵਾ ਲਓ,
हे सतगुरु जी ਉਹ ਗੁਰਸਿੱਖ ਭਾਵਨਾ ਦੇ ਨਾਲ ਆਪ ਦੇ ਚਰਨਾਂ ਦੀ ਸੇਵਾ ਕਰ ਸਕਦਾ ਹੈ। ਸਤਿਗੁਰੂ ਜੀ ਦਾ ਪਾਵਨ ਬਚਨ ਹੈ ਕਿ ਗੁਰੂ ਚਰਨਾਂ ਦੀ ਸੇਵਾ ਕੀਤੇ ਬਿਨਾਂ ਕਦੇ ਜੀਵ ਨੂੰ ਫਲ ਨਹੀਂ ਪ੍ਰਾਪਤ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਬਿਨ ਸੇਵਾ ਫਲ ਕਬਹੁ ਨ ਪਾਵਸ, ਸੇਵਾ ਕਰਨੀ ਸਾਰੀ। ਜੀਵਨ ਅੰਦਰ ਗੁਰੂ ਚਰਨਾਂ ਦੀ ਸੇਵਾ ਕਰਨੀ ਸਭ ਤੋਂ ਸ਼੍ਰੋਮਣੀ ਸੇਵਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ, ਗੁਰੂ ਬਚਨਾਂ ਦੀ ਜੀਵਨ ਦੇ ਵਿੱਚ ਕਮਾਈ ਕਰਨੀ, ਇਹ ਸਭ ਤੋਂ ਉੱਤਮ ਸੇਵਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਵਿਰਲਾ ਹੀ ਐਸਾ ਗੁਰਮੁਖ ਪਿਆਰਾ ਗੁਰਸਿੱਖ ਹੁੰਦਾ ਹੈ ਜੋ ਗੁਰੂ ਚਰਨਾਂ ਦੀ ਸੇਵਾ ਭਾਵਨਾ ਦੇ ਨਾਲ ਕਰਦਾ ਹੈ, ਜਿਸ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ। ਨਹੀਂ ਤਾਂ ਹਰ ਕੋਈ ਮਾਨ ਅਭਿਮਾਨ ਦੇ ਵਿੱਚ ਹੀ ਹਰ ਸਮੇਂ ਮਸਤ ਹੋਇਆ ਫਿਰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਕਹਿੰਦੇ ਜਿਹੜਾ ਹਰ ਸਮੇਂ ਆਪਣੇ ਮਾਣ ਤੇ ਹੰਕਾਰ ਦੇ ਵਿੱਚ ਹੀ ਫਿਰਦਾ ਕਿ ਮੈਂ ਬਹੁਤੀ ਸੇਵਾ ਕਰਦਾ, ਮੈਂ ਸੇਵਾ ਕਰਦਾ ਤੇ ਤਾਂ ਜਗਤ ਦੇ ਲੋਕ ਮੈਨੂੰ ਮਾਣ ਦਿੰਦੇ ਆ, ਮੈਂ ਬਹੁਤੀ ਸੇਵਾ ਤੇ ਸਿਮਰਨ ਕਰਦਾ, ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਸੇਵਕ ਨਹੀਂ ਹੈ। ਉਹਦੇ ਮਾਨੋ ਕਿ ਜੀਵ ਦੀ ਅਗਿਆਨਤਾ ਹੈ, ਜੀਵ ਦੀ ਭੁੱਲ ਹੈ। ਅਸਲ ਸੇਵਕ ਉਹ ਹੈ ਜੋ ਗੁਰੂ ਚਰਨਾਂ ਦੀ ਸੇਵਾ ਕਰਦਾ ਹੋਇਆ ਕਦੇ ਵੀ ਆਪਣਾ ਨਹੀਂ ਜਣਾਵੰਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਕਹਿੰਦੇ ਗੁਰੂ ਚਰਨਾਂ ਦੀ ਸੇਵਾ ਕਰਨੀ ਬਹੁਤ ਕਠਿਨ ਹੈ, ਕਰਨੀ ਵੀ ਚਾਹੀਦੀ ਜ਼ਰੂਰੀ ਹੈ। ਜੇ ਸਤਿਗੁਰੂ ਜੀ ਕਿਰਪਾ ਕਰਕੇ ਕਰਾਉਣ ਤਾਂ ਹੀ ਉਹ ਗੁਰਸਿੱਖ ਸੇਵਕ ਬਣ ਕੇ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਦੇ ਪੁੰਜ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਆਪਣੇ ਜੀਵਨ ਦੇ ਅੰਦਰ 72 ਸਾਲ ਦੀ ਵਡੇਰੀ ਉਮਰ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਏ ਸਨ ਔਰ 12 ਸਾਲ ਲਗਾਤਾਰ ਗੁਰੂ ਚਰਨਾਂ ਦੀ ਸੇਵਾ ਕੀਤੀ। ਭਾਵੇਂ ਲੰਬੇਰੇ ਸਮੇਂ ਤੋਂ ਪਹਿਲਾਂ ਰਹਿਣ ਵਾਲੇ ਗੁਰੂ ਘਰ ਦੇ ਵਿੱਚ ਸਿੱਖਾਂ ਨੇ ਤਾਨੇ ਵੀ ਮਾਰੇ, ਇਹ ਕੁੜਮਾਂ ਦੇ ਘਰ ਪਾਣੀ ਭਰਦੇ ਆ, ਇਹਨਾਂ ਨੂੰ ਆਪਣੇ ਘਰ ਦੇ ਵਿੱਚ ਕੋਈ ਪੁੱਛਦਾ ਨਹੀਂ, ਤਾਂ ਇੱਥੇ ਨਿਮਰਤਾਵਾਨ ਹੋ ਕੇ ਸਾਨੂੰ ਸਭ ਨੂੰ ਝੋਕ ਕਰਕੇ ਨਮਸਕਾਰਾਂ ਕਰਦੇ ਆ। ਪਰ ਧੰਨ ਹਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਕਦੇ ਵੀ ਅੱਗੋਂ ਕਿਸੇ ਸਿੱਖ ਨੂੰ ਜਵਾਬ ਨਹੀਂ ਦਿੱਤਾ। ਨਿਮਰਤਾਵਾਨ ਹੋ ਕੇ ਮਨ ਵਿੱਚ ਭਾਵਨਾ ਬਣਾ ਕੇ ਗੁਰੂ ਚਰਨਾਂ ਦੀ ਸੇਵਾ ਕਰਦੇ ਰਹੇ। ਹੈ ਮਹਾਰਾਜ ਕੋਈ ਭਲਾ ਕਹਾਓ ਭਾਵੇਂ ਬੁਰਾ ਕਹਾਓ, ਹਮ ਤਨ ਦਿਓ ਹੈ ਢਾਰ। ਮਹਾਰਾਜ ਕੋਈ ਚੰਗਾ ਕਹੇ ਮੰਦਾ ਕਹੇ, ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ। ਕੇਵਲ ਤੁਹਾਡੇ ਚਰਨਾਂ ਦੀ ਸੇਵਾ ਤੇ ਸਿਮਰਨ ਦਾ ਮਹਾਰਾਜ ਸਾਨੂੰ ਵਾਸਤਾ। ਮਹਾਰਾਜ ਆਪ ਜੀ ਦੇ ਚਰਨਾਂ ਦੀ ਸੇਵਾ ਦੇ ਨਾਲ ਸਾਡੀ ਪ੍ਰੀਤ ਹੈ। ਜੋ ਮਰਜ਼ੀ ਕੋਈ ਸਾਨੂੰ ਬੋਲਦਾ ਰਹੇ, ਸਾਨੂੰ ਕਿਸੇ ਦੇ ਬੋਲਾਂ ਦੀ ਕੋਈ ਪਰਵਾਹ ਨਹੀਂ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਗਾਤਾਰ 12 ਸਾਲ ਵਡੇਰੀ ਉਮਰ ਦੇ ਵਿੱਚ ਗੁਰੂ ਚਰਨਾਂ ਦੀ ਸੇਵਾ ਕਰਕੇ ਪਰਮ ਮਾਣ ਨੂੰ ਪ੍ਰਾਪਤ ਕੀਤਾ। ਜਿਸ ਵਡੇਰੀ ਉਮਰ ਦੇ ਵਿੱਚ ਸਾਡੇ ਬਜ਼ੁਰਗ ਬਿਸਤਰਿਆਂ ਦਾ ਸ਼ਿੰਗਾਰ ਬਣਦੇ, ਉਸ ਉਮਰ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਘਾਲਣਾ ਘਾਲ ਕਰਕੇ ਇਸ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਸਾਧ ਸੰਗਤ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਐਸੀ ਮਹਾਨ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ, ਕਿਉਂਕਿ ਜਿਨ੍ਹਾਂ ਨੇ ਸੇਵਕ ਬਣ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ, ਉਹਨਾਂ ਨੂੰ ਸਭ ਤੋਂ ਸ਼੍ਰੋਮਣੀ ਮਾਣ ਪ੍ਰਾਪਤ ਹੋਇਆ। ਕੋਈ ਦੁਨਿਆਵੀ ਮਾਣ ਨਹੀਂ, ਸਭ ਤੋਂ ਪਰਮ ਪਦਵੀ ਦਾ ਉੱਚਾ ਗੁਰਿਆਈ ਦਾ ਮਾਣ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਪ੍ਰਾਪਤ ਹੋਇਆ, ਜਿਨ੍ਹਾਂ ਨੇ ਸੇਵਕ ਬਣ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਜਿਨ ਸੇਵਿਆ ਤਿਨ ਪਾਇਆ ਮਾਨ। ਉਹਨਾਂ ਗੁਰਮੁਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਪਰਮ ਮਾਣ ਪ੍ਰਾਪਤ ਕੀਤਾ, ਜਿਨ੍ਹਾਂ ਨੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ। ਔਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜ਼ੂਰ ਦੀਆਂ ਬਹੁਤ ਸਾਰੀਆਂ ਜੀਵਨ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਪ੍ਰੀਖਿਆਵਾਂ ਲਈਆਂ ਨੇ। ਗੁਰ ਇਤਿਹਾਸ ਵਿੱਚ ਜੇਕਰ ਆਉਂਦਾ ਹੈ, ਇੱਕ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਹੈ। ਆਪਣੇ ਸਾਹਿਬਜ਼ਾਦਾ ਜੀ, ਬਾਬਾ ਮੋਹਰੀ ਜੀ, ਭਾਈ ਰਾਮਾ ਜੀ
ਔਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ। ਕਿਉਂਕਿ ਬਾਬਾ ਮੋਹਨ ਜੀ ਜੋ ਵੱਡੇ ਸਪੁੱਤਰ ਸਨ, ਉਹ ਤਾਂ ਅਲਮਸਤ ਸੁਭਾਅ ਦੇ ਵਿੱਚ ਰਹਿੰਦੇ ਸਨ। ਔਰ ਹਜ਼ੂਰ ਨੇ ਤਿੰਨਾਂ ਇਹਨਾਂ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਔਰ ਹੁਕਮ ਕੀਤਾ ਕਿ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੌਲੀ ਸਾਹਿਬ ਤਿਆਰ ਕਰਵਾਈ ਹੈ ਨਾ, ਸਾਧ ਸੰਗਤ ਜੀ, ਜਿੱਥੇ ਵਰਦਾਨ ਦਿੱਤਾ ਕਿ ਜੇ ਭਾਵਨਾ ਦੇ ਨਾਲ ਇੱਥੇ ਇਸ਼ਨਾਨ ਕਰੇਗਾ ਤਾਂ 84 ਕੱਟੀ ਜਾਵੇਗੀ। ਸ੍ਰੀ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹਜ਼ੂਰ ਨੇ ਬਚਨ ਕੀਤਾ ਕਿ ਇੱਥੇ ਸੁੰਦਰ ਥੜਾ ਤਿਆਰ ਕਰੋ, ਜਿਸ ਥੜੇ ਤੇ ਬੈਠ ਕੇ ਦੀਵਾਨ ਸਜਾ ਕੇ ਸੰਗਤ ਨੂੰ ਅਸੀਂ ਉਪਦੇਸ਼ ਦਿਆ ਕਰਾਂਗੇ। ਪਰ ਨਾਲ ਇਹ ਵੀ ਬਚਨ ਕਰ ਦਿੱਤਾ ਕਿ ਥੜਾ ਕੇਵਲ ਇੱਕੋ ਹੀ ਰੱਖਿਆ ਜਾਵੇਗਾ, ਤੁਸੀਂ ਤਿੰਨਾਂ ਹੀ ਮਿਲ ਕਰਕੇ ਥੜੇ ਤਿਆਰ ਕਰਨੇ, ਥੜਾ ਕੇਵਲ ਇੱਕ ਰੱਖਿਆ ਜਾਵੇਗਾ ਜਿਹੜਾ ਸਾਨੂੰ ਪਸੰਦ ਆਵੇਗਾ। ਜਦੋਂ ਇਹ ਬਚਨ ਸੁਣਿਆ ਤੇ ਇਤਿਹਾਸ ਅੰਦਰ ਜ਼ਿਕਰ ਆਉਂਦਾ, ਬਾਬਾ ਮੋਹਰੀ ਜੀ ਨੇ ਇਸ ਸੇਵਾ ਦੇ ਵਿੱਚ ਸ਼ਾਮਲ ਹੋਣਾ ਹੀ ਨਹੀਂ ਚੰਗਾ ਮੰਨਿਆ। ਮਨ ਵਿੱਚ ਵਿਚਾਰ ਕੀਤੀ, ਜੇ ਥੜਾ ਇੱਕੋ ਹੀ ਰੱਖਣਾ ਤੇ ਫਿਰ ਤਿੰਨ ਤਿਆਰ ਕਰਨ ਦੀ ਕੀ ਲੋੜ ਹੈ। ਉਹਨਾਂ ਨੇ ਇਹ ਸੇਵਾ ਵਿੱਚ ਭਾਗ ਹੀ ਨਾ ਲਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਰਾਮਦਾਸ ਸਾਹਿਬ ਜੀ ਤੇ ਭਾਈ ਰਾਮਾ ਜੀ, ਜੋ ਬੀਬੀ ਦਾਨੀ ਜੀ ਦੇ ਪਤੀ ਸਨ, ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਮੰਨਿਆ। ਸਵੇਰ ਹੋਈ ਤੇ ਥੜਾ ਤਿਆਰ ਕਰਨ ਲੱਗ ਪਏ। ਸ਼ਾਮ ਦੇ ਸਮੇਂ ਤੱਕ ਜਦੋਂ ਥੜੇ ਤਿਆਰ ਕੀਤੇ ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਏ। ਹਜ਼ੂਰ ਨੇ ਬਚਨ ਕੀਤੇ ਕਿ ਸਾਨੂੰ ਦੋਵੇਂ ਹੀ ਥੜੇ ਪਸੰਦ ਨਹੀਂ ਹੈ, ਦੋਵੇਂ ਢਹਾ ਦਿੱਤੇ। ਫਿਰ ਬਚਨ ਕੀਤਾ ਕਿ ਕੱਲ ਨੂੰ ਫੇਰ ਆ ਕੇ ਤੁਸੀਂ ਥੜੇ ਤਿਆਰ ਕਰਨੇ, ਜੇ ਮਨ ਨੂੰ ਚੰਗੇ ਲੱਗਣਗੇ ਤੇ ਰੱਖਾਂਗੇ। ਗੁਰੂ ਕਾ ਬਚਨ ਮੰਨਿਆ। ਦੂਸਰੇ ਦਿਨ ਫੇਰ ਥੜੇ ਤਿਆਰ ਕੀਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਚੰਗੇ ਨਹੀਂ ਲੱਗਦੇ, ਸਾਡੇ ਬੈਠਣ ਯੋਗ ਨਹੀਂ ਹੈ। ਤੇ ਫਿਰ ਸਾਧ ਸੰਗਤ ਇਸੇ ਤਰ੍ਹਾਂ ਤੀਸਰੇ ਦਿਨ ਤਿਆਰ ਕੀਤੇ। ਜਦੋਂ ਤੀਜੇ ਦਿਨ ਵੀ ਸ਼ਾਮ ਦੇ ਸਮੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਕੀਤਾ ਕਿ ਸਾਨੂੰ ਇਹ ਥੜੇ ਪਸੰਦ ਨਹੀਂ, ਉਸ ਦਿਨ ਭਾਈ ਰਾਮਾ ਜੀ ਮਨ ਤੋਂ ਹਾਰ ਗਏ। ਕਹਿੰਦੇ ਕਿ ਹੁਣ ਅਸੀਂ ਪ੍ਰੀਖਿਆ ਨਹੀਂ, ਇਹ ਸੇਵਾ ਕਰਨੀ ਹੀ ਨਹੀਂ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਭਾਈ ਰਾਮਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਅਯੋਗ ਲਫ਼ਜ਼ ਵੀ ਬੋਲ ਦਿੱਤੇ। ਕਹਿੰਦੇ ਕਿ ਮੱਧ ਚੱਲੀ ਜਾਂ ਬੁੱਢਾ ਹੋਵੇ, ਕਿ ਮਹਾਰਾਜ ਤੁਹਾਡੀ ਹੁਣ ਉਮਰ ਵਡੇਰੀ ਹੋ ਗਈ ਹੈ, ਜਿਵੇਂ ਤੁਸੀਂ ਆਖਦੇ ਹੋ ਉਵੇਂ ਹੀ ਅਸੀਂ ਤਿਆਰ ਕਰਦੇ ਹਾਂ, ਤੁਹਾਨੂੰ ਆਪ ਨੂੰ ਪਤਾ ਨਹੀਂ ਲੱਗਦਾ ਤੇ ਦੋਸ਼ ਸਾਡੇ ਵਿੱਚ ਕੱਢ ਦਿੰਦੇ ਹੋ। ਪਰ ਧੰਨ ਹਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਗਰੀਬ ਨਵਾਜ਼ ਸਤਿਗੁਰੂ ਜੀ ਦੇ ਅੱਗੇ ਸੀਸ ਝੁਕਾ ਕਰਕੇ ਫਿਰ ਬਾਰ-ਬਾਰ ਨਮਸਕਾਰਾਂ ਕਰਦੇ, ਮਹਾਰਾਜ ਜੋ ਆਪ ਜੀ ਦਾ ਹੁਕਮ ਹੈ। ਤੀਸਰੇ ਦਿਨ ਸ਼ਾਮ ਦੇ ਸਮੇਂ ਭਾਈ ਰਾਮਾ ਜੀ ਨੇ ਉਹ ਥੜਾ ਤਿਆਰ ਕੀਤਾ ਸੀ, ਉਹ ਢਹਾ ਦਿੱਤਾ ਤੇ ਚੌਥੇ ਦਿਨ ਉਹਨਾਂ ਨੇ ਤਿਆਰ ਹੀ ਨਹੀਂ ਕੀਤਾ। ਪਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ 7 ਦਿਨ ਲਗਾਤਾਰ ਥੜਾ ਤਿਆਰ ਕਰਦੇ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਮ ਦੇ ਸਮੇਂ ਆਉਣਾ, ਫਿਰ ਢਹਾ ਦੇਣਾ। ਪੁਰਖਾ ਇਹ ਸਾਡੇ ਮਨ ਨੂੰ ਚੰਗਾ ਨਹੀਂ ਲੱਗਾ, ਇਹ ਇਵੇਂ ਤਿਆਰ ਕਰਨਾ ਸੀਗਾ। 7 ਵਚਨ ਕਹਿ ਕੇ ਫਿਰ ਸ਼ਾਮ ਨੂੰ ਥੜਾ ਢਾ ਦੇਣਾ। ਸਵੇਰ ਹੋਣ ਤੇ ਆ ਕੇ ਫਿਰ ਥੜਾ ਬਣਾਉਣ ਵਾਸਤੇ ਲੱਗ ਜਾਣਾ। 7ਵੇਂ ਦਿਨ ਜਦੋਂ ਸ਼ਾਮ ਦੇ ਵਕਤ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆ ਕੇ ਥੜਾ ਢਹਾਇਆ, ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਕੜ ਲਏ ਘੁੱਟ ਕੇ, ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ। ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਮੱਤ ਤੁੱਛ ਹੈ, ਮਹਾਰਾਜ ਥੋੜੀ ਮੱਤ ਹੋਣੇ ਕਰਕੇ ਮੈਨੂੰ ਸਮਝ ਨਹੀਂ ਆਉਂਦੀ ਜੋ ਆਪ ਜੀ ਹੁਕਮ ਕਰਦੇ ਹੋ। ਇਸ ਲਈ ਮਹਾਰਾਜ ਜੇ ਆਪ ਜੀ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਸੇਵਾ ਕਰਨ ਦੀ ਜਾਚ ਵੀ ਆਪ ਕਿਰਪਾ ਕਰਕੇ ਦੱਸੋ। ਹਜ਼ੂਰ ਨੇ ਘੁੱਟ ਕਰਕੇ ਛਾਤੀ ਦੇ ਨਾਲ ਲਾਇਆ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸੇਵਾ ਤੋਂ ਪ੍ਰਸੰਨ ਹੋ ਕਰਕੇ ਫਿਰ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ ਸੀ। ਸਾਧ ਸੰਗਤ ਜੀ, ਇਹ ਸੇਵਕ ਦੇ ਲੱਛਣ ਹਨ ਕਿ ਕਦੇ ਵੀ ਆਪਣਤ ਨਾ ਜਣਾਉਣੀ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਉਹਨੂੰ ਸਤ ਕਰਕੇ ਮੰਨਣਾ। ਇਹ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਕ ਦੇ ਲੱਛਣ ਦੱਸੇ ਹੈ। ਔਰ ਹਜ਼ੂਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਪਾਣੀ ਪੱਖਾ ਪੀਸੋ ਸੇਵਕ ਕਹਿ, ਠਾਕੁਰ ਹੀ ਕਾ ਆਹਰ ਜੀਓ। ਕਹਿੰਦੇ ਹਨ ਕਿ ਆਪਣੇ ਹੱਥੀਂ ਭਾਵਨਾ ਦੇ ਨਾਲ ਸੇਵਾ ਕਰਨੀ, ਫਿਰ ਪੱਖਾ ਚੱਲਣਾ,
ਜਲ ਭਰ ਕੇ ਲਿਆਉਣਾ, ਜਲ ਸੰਗਤ ਨੂੰ ਛਕਾਵਣਾ, ਇਹ ਮਨ ਦੇ ਵਿੱਚ ਹਰ ਸਮੇਂ ਉਦਮ ਰਹਿੰਦਾ ਹੈ ਸੇਵਕ ਦੇ। ਨਿਮਰਤਾਵਾਨ ਹੋ ਕੇ ਹਰ ਸਮੇਂ ਬਾਰ-ਬਾਰ ਬੇਨਤੀਆਂ ਕਰਦਾ, ਮਹਾਰਾਜ ਆਪ ਕਿਰਪਾ ਕਰਕੇ ਮੈਨੂੰ ਸੇਵਾ ਦੀ ਦਾਤ ਬਖਸ਼ੋ, ਭਾਵੇਂ ਕਿੰਨਾ ਵੱਡਾ ਵੀ ਉੱਚਾ ਰੁਤਬਾ ਕਿਉਂ ਨਾ ਪ੍ਰਾਪਤ ਹੋ ਜਾਵੇ। ਜਿਵੇਂ ਨਵਾਬ ਕਪੂਰ ਸਿੰਘ ਜੀ ਨੂੰ ਜਦੋਂ ਨਵਾਬੀ ਮਿਲੀ ਆ ਨਾ, ਸਾਧ ਸੰਗਤ ਜੀ ਆਪਣੇ ਹੱਥੀਂ ਅਕਾਲ ਤਖਤ ਸਾਹਿਬ ਦੇ ਸਿੰਘਾਂ ਨੂੰ ਔਰ ਗੁਰੂ ਕੀ ਸੰਗਤ ਨੂੰ ਸੇਵਾ ਚੱਲਣ ਦੀ ਸੇਵਾ ਕਰਦੇ ਸਨ, ਆਪਣੇ ਹੱਥੀਂ ਸੇਵਾ ਕਰਿਆ ਕਰਦੇ। ਨਵਾਬੀ ਮਿਲਣੇ ਤੋਂ ਪਹਿਲਾਂ ਵੀ ਸੇਵਾ ਕਰਦੇ ਰਹੇ ਹੈ, ਤੇ ਜਦੋਂ ਨਵਾਬੀ ਮਿਲ ਵੀ ਗਈ ਹੈ, ਸਿੰਘਾਂ ਨੇ ਗੁਰਮਤਾ ਕਰਕੇ ਫਿਰ ਸਰਦਾਰ ਕਪੂਰ ਸਿੰਘ ਜੀ ਨੂੰ ਕਿਹਾ ਤੇ ਫਿਰ ਸਿਰ ਮੱਥੇ ਹੁਕਮ ਮੰਨਿਆ ਸੀਗਾ। ਪਰ ਫਿਰ ਵੀ ਬੇਨਤੀ ਕੀਤੀ, ਕਹਿੰਦੇ ਤੁਸੀਂ ਮੇਰੇ ਤੋਂ ਪੱਖਾ ਚੱਲਣ ਦੀ ਸੇਵਾ ਖੋਹਣੀ ਚਾਹੁੰਦੇ ਹੋ, ਕਿਉਂਕਿ ਸੱਚੇ ਸੇਵਕ ਸਨ ਤੇ ਸੇਵਾ ਦੇ ਨਾਲ ਪਿਆਰ ਸੀਗਾ। ਜਿੱਥੇ ਹੋਰ ਜੋ ਸਿੱਖੀ ਦੇ ਸਿਧਾਂਤਾਂ ਦੀਆਂ ਫਿਰ ਧਰਮ ਦੇ ਵਾਸਤੇ ਸੇਵਾਵਾਂ ਕਰਦੇ ਸਨ, ਉੱਥੇ ਆਪ ਆਪਣੇ ਹੱਥੀਂ ਪੱਖਾ ਝੱਲਣ ਦੀ ਸੇਵਾ ਕਰਿਆ ਕਰਦੇ ਸਨ। ਤੇ ਮੁਸਕਰਾ ਕੇ ਖਾਲਸੀ ਸਿੰਘਾਂ ਨੇ ਵਚਨ ਕੀਤਾ, ਨਹੀਂ ਸਰਦਾਰ ਕਪੂਰ ਸਿੰਘ ਜੀ, ਤੁਹਾਡੀ ਤੋਂ ਸੇਵਾ ਖੋਈ ਨਹੀਂ ਜਾਵੇਗੀ, ਤੁਸੀਂ ਇਸੇ ਤਰ੍ਹਾਂ ਬਾਅਦ ਵਿੱਚ ਵੀ ਸੇਵਾ ਕਰਦੇ ਰਹਿਣਾ ਸੰਗਤਾਂ ਦੀ। ਫਿਰ ਸਾਧ ਸੰਗਤ ਜੀ ਜਦੋਂ ਨਵਾਬੀ ਪ੍ਰਾਪਤ ਹੋ ਗਈ, ਫਿਰ ਵੀ ਗੁਰੂ ਕੀ ਸੰਗਤ ਵਿੱਚ ਜਦੋਂ ਵੀ ਆਵਣਾ ਆਪਣੇ ਹੱਥੀਂ ਸੇਵਾ ਕਰਦੇ ਸਨ ਪੱਖਾ ਚੱਲਣ ਦੀ। ਇਹ ਮਹਾਨ ਗੁਰੂ ਕੇ ਪਿਆਰੇ ਸਿੱਖ ਹਨ ਜੋ ਸਦਾ ਹੀ ਨਿਮਰਤਾਵਾਨ ਹੋ ਕਰਕੇ ਰਹਿੰਦੇ ਆ। ਤੇ ਅੱਜ ਦੇ ਜੇਕਰ ਸਾਨੂੰ ਕਿਤੇ ਕੋਈ ਉੱਚਾ ਰੁਤਬਾ ਥੋੜਾ ਜਿਹਾ ਮਿਲ ਜਾਵੇ ਤੇ ਆਪਾਂ ਕਿਸੇ ਨੂੰ ਸਿੱਧੀ ਮੂੰਹ ਕਵਾਉਂਦੇ ਹੀ ਨਹੀਂ, ਪਰ ਉਹ ਸੇਵਕ ਦੇ ਲੱਛਣ ਹਨ ਜੋ ਉੱਚਾ ਰੁਤਬਾ ਪਾ ਕੇ ਵੀ ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕਰਦਾ, ਕਦੇ ਵੀ ਆਪਣਤ ਨਹੀਂ ਜਣਾਵਣਾ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹ ਗੁਰਸਿੱਖ ਹਰ ਸਮੇਂ ਗੁਰੂ ਚਰਨਾਂ ਵਿੱਚ ਬੇਨਤੀਆਂ ਕਰਦਾ ਹੈ। ਕਾਟ ਸਿਲਕ ਪ੍ਰਭ ਸੇਵਾ ਲਾਇਆ। ਪਰਮਾਤਮਾ ਨੇ ਜਿਨ੍ਹਾਂ ਦੀ ਮੋਹ ਰੂਪ ਇਹ ਫਾਹੀ ਕੱਟ ਦਿੱਤੀ ਹੈ, ਅਗਿਆਨ ਰੂਪੀ ਹੰਕਾਰ ਰੂਪੀ ਸਿਲਕ ਕੱਟ ਦਿੱਤੀ, ਉਹਨਾਂ ਨੂੰ ਆਪਣੀ ਚਰਨਾਂ ਦੀ ਸੇਵਾ ਵਿੱਚ ਲਾਇਆ ਹੈ, ਆਪਣੇ ਭਜਨ ਰੂਪੀ ਸੇਵਾ ਵਿੱਚ ਲਾਇਆ ਹੈ, ਗੁਰੂ ਚਰਨਾਂ ਦੀ ਸੇਵਾ ਵਿੱਚ ਲਗਾਇਆ ਹੈ। ਹੁਕਮ ਸਾਹਿਬ ਕਾ ਸੇਵਕ ਮਨ ਪਾਇਆ। ਜੋ ਪਰਮਾਤਮਾ ਦਾ ਹੁਕਮ ਹੈ ਉਹ ਸੇਵਕ ਦੇ ਮਨ ਨੂੰ ਪਾਇਆ, ਭਾਵ ਚੰਗਾ ਲੱਗਾ ਹੈ, ਕਿਉਂਕਿ ਚੰਗਾ ਉਸੇ ਨੂੰ ਲੱਗੇਗਾ ਜਿਹਨੂੰ ਗੁਰੂ ਚਰਨਾਂ ਦੀ ਸੇਵਾ ਦੇ ਨਾਲ ਪਿਆਰ ਹੋਵੇਗਾ, ਜਿਸ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਪ੍ਰੀਤ ਹੋਵੇਗੀ। ਨਹੀਂ ਤਾਂ ਗੁਰੂ ਚਰਨਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਨਹੀਂ, ਜਿਸ ਨੇ ਮਹਾਰਾਜ ਦੇ ਚਰਨਾਂ ਦਾ ਪਿਆਰ ਹੀ ਨਹੀਂ ਹਿਰਦੇ ਅੰਦਰ ਧਾਰਨ ਕੀਤਾ, ਉਹਨੂੰ ਗੁਰੂ ਕਾ ਬਚਨ ਚੰਗਾ ਨਹੀਂ ਲੱਗਦਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹਨਾਂ ਗੁਰਸਿੱਖਾਂ ਨੂੰ ਗੁਰੂ ਕਾ ਬਚਨ ਮਿੱਠਾ ਲੱਗਦਾ ਹੈ ਜੋ ਗੁਰੂ ਚਰਨਾਂ ਦੇ ਨਾਲ ਪਿਆਰ ਪਾ ਕੇ ਰੱਖਦੇ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਜੋ ਮਾਲਕ ਦਾ ਹੁਕਮ ਹੈ ਉਹ ਸੇਵਕ ਦੇ ਮਨ ਨੂੰ ਚੰਗਾ ਲੱਗਦਾ ਹੈ, ਤੇ ਜੇ ਮਾਲਕ ਦਾ ਹੁਕਮ ਨਹੀਂ ਮੰਨਦਾ ਤੇ ਉਹ ਸੇਵਕ ਨਹੀਂ ਬਣ ਸਕਦਾ। ਹਜੂਰ ਦਾ ਅਸੀਂ ਬਚਨ ਪੜ੍ਹਦੇ ਹਾਂ, ਇਹ ਕਨੇਹੀ ਚਾਕਰੀ ਜਿਤ ਪਉ ਖਸਮ ਨਾ ਜਾਏ। ਮਹਾਰਾਜ ਕਹਿੰਦੇ ਕਿੱਦਾਂ ਦੀ ਚਾਕਰੀ ਹੈ, ਜੇ ਮਾਲਕ ਦਾ ਭਾਉ ਹੀ ਨਹੀਂ ਆਪਣੇ ਹਿਰਦੇ ਅੰਦਰ ਧਾਰਨ ਕਰਨਾ, ਔਰ ਦੁਨੀਆ ਦੇ ਭੈ ਨਹੀਂ, ਸੰਸਾਰ ਦੇ ਭੈ ਨਹੀਂ ਮਨ ਦੇ ਵਿੱਚੋਂ ਖਤਮ ਹੋਣੇ, ਕਿੱਦਾਂ ਦੀ ਚਾਕਰੀ ਹੈ। ਕਿਉਂਕਿ ਚਾਕਰ ਲੱਗਾ ਚਾਕਰੀ, ਜੇ ਚੱਲਿਆ ਖਸਮੈ ਪਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜਹੁ ਪੇ ਦੂਣਾ ਖਾਏ। ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਜੇ ਸੇਵਕ ਆਪਣੇ ਮਾਲਕ ਦੀ ਬਰਾਬਰਤਾ ਕਰਨ ਲੱਗ ਪਵੇ ਫਿਰ ਵੀ ਉਹ ਸੇਵਾ ਦੇ ਵਿੱਚ ਸਫਲ ਨਹੀਂ ਹੋ ਸਕਦਾ। ਸਫਲਤਾ ਤਾਂ ਹੀ ਮਿਲੇਗੀ ਜੇ ਮਾਲਕ ਦਾ ਬਚਨ ਸਤ ਕਰਕੇ ਮੰਨੇਗਾ, ਜੇ ਮਾਲਕ ਦੀ ਆਗਿਆ ਵਿੱਚ ਰਹਿ ਕੇ ਸੇਵਾ ਕਰੇਗਾ ਤਾਂ ਹੀ ਉਹਦੀ ਕੀਤੀ ਹੋਈ ਸੇਵਾ ਸਫਲ ਹੋਵੇਗੀ। ਮਹਾਰਾਜ ਹਜੂਰ ਫਰਮਾਨ ਕਰ ਰਹੇ ਹੈ, ਮਾਲਕ ਦਾ ਹੁਕਮ ਉਹ ਸੇਵਕ ਨੂੰ ਪਾਇਆ ਹੈ ਜਿਸ ਨੇ ਗੁਰੂ ਚਰਨਾਂ ਦੀ ਸੇਵਾ ਨਾਲ ਪਿਆਰ ਕੀਤਾ ਹੈ। ਸੋਈ ਕਮਾਵੇ ਜੋ ਸਾਹਿਬ ਭਾਵੇ। ਉਹ ਹੀ ਗੁਰਮੁਖ ਪਿਆਰਾ ਗੁਰੂ ਚਰਨਾਂ ਦੀ ਸੇਵਾ ਕਮਾਉਂਦਾ ਹੈ ਜੋ ਮਾਲਕ ਨੂੰ ਭਾਵੰਦਾ ਹੈ। ਪਰਮਾਤਮਾ ਜਿਸ ਦੇ ਹਿਰਦੇ ਦਾ ਪਿਆਰ ਦੇਖ ਕਰਕੇ ਤਰੁੱਠ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਫਿਰ ਉਹਦੇ ਹਿਰਦੇ ਅੰਦਰ ਨਾਮ ਰੂਪ ਟਹਿਲ ਕਰਨ ਦੀ ਭਜਨ ਰੂਪ ਸੇਵਾ ਪਰਮਾਤਮਾ ਬਖਸ਼ਦਾ ਹੈ। ਇੱਕ ਚਿੱਤ ਹੋ ਕੇ ਭਾਵਨਾ ਨਾਲ ਉਹ ਗੁਰਮੁਖ ਵਾਹਿਗੁਰੂ ਨੂੰ ਯਾਦ ਕਰਦੇ ਆ।
ਸੇਵਕ ਅੰਤਰ ਬਾਹਰ ਮਾਹਰ ਜੀਓ। ਐਸਾ ਪਰਮੇਸ਼ਰ ਦਾ ਪਿਆਰਾ ਜੋ ਸੱਚਾ ਸੇਵਕ ਹੈ ਉਹ ਪਰਮਾਤਮਾ ਨੂੰ ਆਪਣੇ ਹਿਰਦੇ ਕਾਲ ਅੰਦਰ ਵੀ ਜਾਣ ਲੈਂਦਾ ਹੈ ਤੇ ਬਾਹਰ ਸਭ ਥਾਵਾਂ ਤੇ ਜੀਵਾਂ ਦੇ ਅੰਦਰ ਕਟਾਂ ਕਟਾਂ ਵਿੱਚ ਉਹ ਪਰਮਾਤਮਾ ਦੇ ਸਰੂਪ ਨੂੰ ਪਹਿਚਾਣ ਲੈਂਦਾ ਹੈ। ਮਾਹਰ ਦਾ ਆਖਰੀ ਅਰਥ ਹੈ ਤਜਰਬੇਦਾਰ। ਉਹਨੂੰ ਤਜਰਬਾ ਪ੍ਰਾਪਤ ਹੋ ਜਾਂਦਾ ਹੈ। ਮਾਹਰ ਉਹ ਵਿਸ਼ੇਸ਼ ਕਰਕੇ ਜਾਣ ਲੈਂਦਾ ਕਿ ਪਰਮਾਤਮਾ ਮੇਰੇ ਹਿਰਦੇ ਘਰ ਦੇ ਅੰਦਰ ਵੀ ਆਪ ਜੀ ਦਾ ਸਰੂਪ ਹੈ। ਬਾਹਰ ਸਭ ਥਾਵਾਂ ਤੇ ਬ੍ਰਹਮਾਂਡ ਦੇ ਵਿੱਚ ਸਭ ਥਾਵਾਂ ਤੇ ਪਰਮੇਸ਼ਰ ਆਪ ਜੀ ਦੀ ਹੀ ਜੋਤ ਪ੍ਰਕਾਸ਼ ਕਰ ਰਹੀ ਹੈ। ਇਸ ਪ੍ਰਕਾਰ ਸਤ ਸੰਗਤ ਰੂਪੀ ਘਰ ਦੇ ਅੰਦਰ ਵੀ ਪਰਮਾਤਮਾ ਦਾ ਸਰੂਪ ਹੀ ਉਹਨਾਂ ਗੁਰਮੁਖਾਂ ਨੂੰ ਨਜ਼ਰ ਆਉਂਦਾ ਤੇ ਬਾਹਰ ਜੇ ਹੋਰ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਣ ਸਭ ਥਾਵਾਂ ਤੇ ਵਾਹਿਗੁਰੂ ਦਾ ਸਰੂਪ ਹੀ ਉਹਨਾਂ ਗੁਰਮੁਖਾਂ ਨੂੰ ਨਜ਼ਰ ਆਉਂਦਾ ਹੈ। ਤੂੰ ਦਾਨਾ ਠਾਕੁਰ ਸਭ ਵਿਦ ਜਨ ਹੈ। हे ਪ੍ਰਮਾਤਮਾ ਤੂੰ ਸਭ ਜੀਵਾਂ ਦੇ ਹਿਰਦੇ ਦੀ ਜਾਣਨ ਵਾਲਾ ਐਸਾ ਦਨਾਈ ਵਾਲਾ ਪਾਤਸ਼ਾਹ ਹੈ। ਸਭ ਦੇ ਦਿਲਾਂ ਦੀ ਮਹਾਰਾਜ ਆਪ ਦੀ ਜਾਣਨ ਵਾਲੇ ਹੋ। ਠਾਕੁਰ ਕੇ ਸੇਵਕ ਹਰ ਰੰਗ ਮਾਣ ਹੈ। ਐਸੇ ਪਰਮੇਸ਼ਰ ਦੇ ਪਿਆਰੇ ਜੋ ਸੱਚੇ ਸੇਵਕ ਹਨ ਉਹ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਸਦਾ ਹੀ ਆਨੰਦ ਮਾਣਦੇ ਹੈ। ਪਰਮਾਤਮਾ ਦੇ ਭਜਨਾ ਆਨੰਦ ਨੂੰ ਹਰ ਸਮੇਂ ਜੀਵਨ ਦੇ ਵਿੱਚ ਮਾਣਦੇ ਹੈ। ਹਰ ਸਮੇਂ ਪ੍ਰੇਮ ਰੰਗ ਦੇ ਵਿੱਚ ਆਪਣੇ ਹਿਰਦੇ ਨੂੰ ਰੰਗ ਕੇ ਵਾਹਿਗੁਰੂ ਨੂੰ ਯਾਦ ਕਰਦੇ ਹਨ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ। ਜੋ ਕੁਝ ਮਾਲਕ ਪਰਮਾਤਮਾ ਦਾ ਹੈ ਸਾਧ ਸੰਗਤ ਉਹ ਸਾਰਾ ਕੁਝ ਉਸ ਸੇਵਕ ਦਾ ਹੈ। ਉਹ ਸੇਵਕ ਦੇ ਹਿੱਸੇ ਆ ਜਾਂਦਾ ਹੈ। ਸਭ ਕੁਝ ਸੇਵਕ ਨੂੰ ਪ੍ਰਾਪਤ ਹੋ ਜਾਂਦਾ ਹੈ ਜੇ ਸੇਵਕ ਬਣ ਕੇ ਗੁਰੂ ਚਰਨਾਂ ਦੀ ਸੇਵਾ ਕਰ ਲਵੇ ਤਾਂ। ਮਾਲਕ ਦੀ ਸਾਧ ਸੰਗਤ ਜੇ ਪ੍ਰਸੰਨਤਾ ਮਿਲ ਜਾਵੇ ਨਾ ਮਾਲਕ ਪ੍ਰਸੰਨ ਹੋ ਜਾਵੇ ਤਰੁੱਠ ਜਾਵੇ ਤੇ ਸਭ ਕੁਝ ਸੇਵਕ ਦੀ ਝੋਲੀ ਵਿੱਚ ਪਾ ਦਿੰਦਾ ਹੈ। ਇਸ ਲਈ ਮਹਾਰਾਜ ਹਜੂਰ ਨੇ ਫਰਮਾਨ ਕੀਤਾ ਤਾਂ ਹੀ ਸਤਿਗੁਰੂ ਜੀ ਕਹਿੰਦੇ ਕਿ ਸੇਵਕ ਬਣਨਾ ਬੜਾ ਕਠਿਨ ਹੈ। ਗੁਰੂ ਚਰਨਾਂ ਦੀ ਸੇਵਾ ਕਰਨੀ ਸੇਵਕ ਬਣ ਕੇ ਪੂਰਨ ਸੇਵਕ ਬਣ ਕੇ ਸੇਵਾ ਕਰਨੀ ਬੜੀ ਕਠਿਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ ਹਜੂਰ ਨੇ ਕੁਝ ਵੀ ਆਪਣੇ ਕੋਲ ਲੁਕਾ ਕੇ ਨਹੀਂ ਰੱਖਿਆ। ਸਭ ਕੁਝ ਉਹਦੀ ਝੋਲੀ ਵਿੱਚ ਪਾ ਦਿੱਤਾ ਹੈ। ਜੇ ਬਾਬਾ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕੀਤੀ ਮਹਾਰਾਜ ਨੇ ਸਭ ਕੁਝ ਬਖਸ਼ਿਸ਼ ਕਰ ਦਿੱਤਾ ਹੈ। ਤ੍ਰਿਲੋਕੀ ਦਾ ਰਾਜ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ ਹੈ। ਔਰ ਇਸ ਪ੍ਰਕਾਰ ਜੇਕਰ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕੀਤੀ ਹਜੂਰ ਨੇ ਆਪਣਾ ਸਰੂਪ ਹੀ ਬਖਸ਼ਿਸ਼ ਕਰ ਦਿੱਤਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਚਰਨਾਂ ਦੀ ਸੇਵਾ ਕੀਤੀ ਸਭ ਕੁਝ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ ਹੈ। ਫਿਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਣ ਦੀ ਸੇਵਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਰੂਪ ਹੀ ਬਖਸ਼ਿਸ਼ ਕਰ ਦਿੱਤਾ ਹੈ। ਜਿਨ੍ਹਾਂ ਨੇ ਸੇਵਕ ਬਣ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਤਿਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਸਾਧ ਸੰਗਤ ਜਿਸ ਪਵਿੱਤਰ ਅਸਥਾਨ ਤੇ ਅਸੀਂ ਬੈਠੇ ਹਾਂ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਹਿਬ ਪਾਵਨ ਅਸਥਾਨ ਹੈ। ਜੇ ਸੇਵਕ ਬਣ ਕੇ ਗੁਰੂ ਕਾ ਵਚਨ ਮੰਨ ਕੇ ਸੇਵਾ ਕੀਤੀ ਹੈ ਨਾ ਤਾਂ ਦਸ਼ਮੇਸ਼ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਦਿੱਤਾ ਹੈ। ਕੁਝ ਪਿਛੇ ਨਹੀਂ ਰੱਖਣਾ ਕੀਤਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਖੀਸਾ ਮੇਰਾ ਹੱਥ ਤੇਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਵੀ ਤੋਟ ਨਹੀਂ ਆਵੇਗੀ ਕਿਉਂਕਿ ਸੇਵਕ ਬਣ ਕੇ ਸੇਵਾ ਕੀਤੀ ਹੈ। ਹਿਰਦੇ ਅੰਦਰ ਭਾਵਨਾ ਤੇ ਪ੍ਰੇਮ ਧਾਰਨ ਕਰਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ। ਇਸ ਲਈ ਮਹਾਰਾਜ ਕਹਿੰਦੇ ਜੋ ਕੁਝ ਮਾਲਕ ਦਾ ਹੈ ਉਹ ਕੁਝ ਸੇਵਕ ਦਾ ਹੈ। ਜੋ ਅਕਾਲ ਪੁਰਖ ਪਰਮੇਸ਼ਰ ਦਾ ਹੈ ਉਹ ਸੇਵਕ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਸੇਵਕ ਠਾਕੁਰ ਹੀ ਸੰਗ ਜਾਹਰ ਜੀਓ। ਔਰ ਜੋ ਸੇਵਕ ਹੈ ਉਹ ਮਾਲਕ ਪਰਮਾਤਮਾ ਦੇ ਕਰਕੇ ਹੀ ਜਗਤ ਅੰਦਰ ਜਾਣਿਆ ਜਾਂਦਾ ਹੈ। ਜਿਵੇਂ ਪ੍ਰਭ ਤੇ ਜਨ ਤੇ ਜਾਣੀਜੈ ਕਹਿੰਦੇ ਕਿ ਪਰਮੇਸ਼ਰ ਆਪਣੇ ਪਿਆਰਿਆਂ ਤੋਂ ਜਾਣਿਆ ਜਾਂਦਾ ਹੈ ਤੇ ਪਰਮੇਸ਼ਰ ਦੇ ਪਿਆਰੇ ਪਰਮਾਤਮਾ ਕਰਕੇ ਜਾਣੇ ਜਾਂਦੇ ਹੈ। ਜੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਤਾਂ ਹੀ ਸਾਧ ਸੰਗਤ ਜੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੈ। ਔਰ ਜਿਨ੍ਹਾਂ ਨੇ ਨਾਮ ਜਪਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਦੇ ਕਰਕੇ ਜਾਣੇ ਜਾਂਦੇ ਹੈ।
ਐਸੇ ਉਹ ਗੁਰਮੁਖ ਪਿਆਰੇ ਹਨ ਜੋ ਵਾਹਿਗੁਰੂ ਦੇ ਨਾਮ ਜਪਣੇ ਕਰਕੇ ਜਗਤ ਅੰਦਰ ਪ੍ਰਸਿੱਧ ਹਨ। ਆਪਣੇ ਠਾਕੁਰ ਜੋ ਪਹਿਰਾਇਆ, ਆਪਣੇ ਮਾਲਕ ਨੇ ਪਰਮਾਤਮਾ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਜੇ ਸੇਵਕ ਦੇ ਹਿਰਦੇ ਦਾ ਪਿਆਰ ਦੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰੇਮਾ ਭਗਤੀ ਰੂਪੀ ਪਹਿਸ਼ਾਕ ਪਹਿਨਾ ਦਿੱਤੀ ਹੈ। ਗਰੀਬ ਨਵਾਜ ਸਤਿਗੁਰਾਂ ਨੇ ਨਾਮ ਰੂਪੀ ਅੰਮ੍ਰਿਤ ਨਾਮ ਰੂਪੀ ਸਿਰੋਂ ਪਾਉ ਜਿਨ੍ਹਾਂ ਦੇ ਹਿਰਦੇ ਅੰਦਰ ਪਹਿਨਾਇਆ ਹੈ। ਬਾਹਰ ਨਾ ਲੇਖਾ ਪੁੱਛ ਬੁਲਾਇਆ, ਉਹਨਾਂ ਦਾ ਦੁਬਾਰਾ ਫਿਰ ਕਿਸੇ ਨੇ ਲੇਖਾ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਪੁੱਛਣਾ ਕੀਤਾ। ਜਿਵੇਂ ਧਰਮ ਰਾਜੇ ਦੀ ਮਰਜ਼ਾਦਾ ਹੈ ਕਿ ਮਨੁੱਖ ਜੋ ਵੀ ਜਗਤ ਅੰਦਰ ਕਰਮ ਕਰਦਾ ਹੈ ਉਸ ਨੂੰ ਬੁਲਾ ਕੇ ਤੇ ਉਹਦੇ ਤੋਂ ਫਿਰ ਹਿਸਾਬ ਪੁੱਛਿਆ ਜਾਂਦਾ। ਕਿੰਨਾ ਸਮਾਂ ਤੂੰ ਭਜਨ ਕੀਤਾ, ਕਿੰਨਾ ਸਮਾਂ ਗੁਰੂ ਚਰਨਾਂ ਦੀ ਸੇਵਾ ਕੀਤੀ, ਕਿ ਜ਼ਿੰਦਗੀ ਭਰ ਬੁਰੇ ਕਰਮ ਕਰਦਾ ਰਿਹਾ, ਕਿ ਜ਼ਿੰਦਗੀ ਭਰ ਸੰਸਾਰ ਦੇ ਅੰਦਰ ਹੀ ਭਟਕਦਾ ਰਿਹਾ। ਇਹ ਸਭ ਕਰਮਾਂ ਦਾ ਹਿਸਾਬ ਕਿਤਾਬ ਪੁੱਛਿਆ ਜਾਂਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਗੁਰੂ ਚਰਨਾਂ ਦੀ ਸੇਵਾ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਉਪਦੇਸ਼ ਰੂਪੀ ਸਿਰੋਂ ਪਾਉ ਲੈ ਲੈਂਦਾ, ਉਸ ਨੂੰ ਫਿਰ ਬੁਲਾ ਕਰਕੇ ਉਹਦੇ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਪੁੱਛਿਆ ਜਾਂਦਾ। ਕਿਉਂਕਿ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਹੈ, ਸਭ ਕਰਮਾਂ ਦਾ ਨਿਬੇੜਾ ਕਰ ਦਿੰਦੇ ਹੈ। ਧਰਮ ਰਾਜਾ ਫਿਰ ਉਹਨਾਂ ਤੋਂ ਕਰਮਾਂ ਦਾ ਹਿਸਾਬ ਕਿਤਾਬ ਨਹੀਂ ਪੁੱਛਣਾ ਕਰਦਾ। ਤਿਸ ਸੇਵਕ ਕੈ ਨਾਨਕ ਕੁਰਬਾਨੀ, ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ, ਉਹ ਸੇਵਕ ਤੋਂ ਅਸੀਂ ਸਦਾ ਹੀ ਕੁਰਬਾਨ ਜਾਂਦੇ ਹਾਂ। ਸੋ ਗਹਿਰ ਗਭੀਰਾ ਗੌਹਰ ਜੀਓ, ਜੋ ਪਰਮੇਸ਼ਰ ਦਾ ਪਿਆਰਾ ਜੋ ਸੇਵਕ ਹੈ, ਜਿਸ ਦਾ ਜੀਵਨ ਬੜਾ ਹੀ ਗਹਿਰਾ ਹੈ, ਬੜਾ ਗੰਭੀਰ ਜਿਸ ਦਾ ਜੀਵਨ ਹੈ, ਜਿਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉਜਲ ਮੋਤੀ ਦੀ ਤਰ੍ਹਾਂ ਜਿਸ ਗੁਰਮੁਖ ਪਿਆਰੇ ਦਾ ਸੇਵਕ ਦਾ ਜੀਵਨ ਹੈ, ਬੇਦਾਗ ਜਿਸ ਦਾ ਜੀਵਨ ਹੈ, ਨਿਮਰਤਾਵਾਨ ਹੋ ਕੇ ਪਰਮੇਸ਼ਰ ਨੂੰ ਯਾਦ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਦੇ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ, ਇੱਕ ਮਨ ਚਿਤ ਹੋ ਕੇ ਜੋ ਗੁਰਸਿੱਖ ਵਾਹਿਗੁਰੂ ਦਾ ਜਾਪ ਕਰਦੇ, ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਐਸਾ ਜਿਨ੍ਹਾਂ ਦਾ ਉਜਲ ਮੋਤੀ ਦੀ ਤਰ੍ਹਾਂ ਜੀਵਨ ਹੈ, ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਮਾਝ ਮਹੱਲਾ ਪੰਜਵਾ, ਸਭ ਕਿਛ ਘਰ ਮਹਿ ਬਾਹਰ ਨਾਹੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਅਕਾਲ ਪੁਰਖ ਪਰਮੇਸ਼ਰ ਹਿਰਦੇ ਰੂਪੀ ਘਰ ਦੇ ਅੰਦਰ ਵਸ ਰਿਹਾ ਹੈ। ਉਹ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਤਮਾਮ ਜਗਤ ਦੇ ਜੀਵ ਨਾਨਾ ਪ੍ਰਕਾਰ ਦੇ ਸਾਧਨ ਸਾਧਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਹ ਵਾਹਿਗੁਰੂ ਹਿਰਦੇ ਘਰ ਦੇ ਅੰਦਰ ਹੀ ਵਸ ਰਿਹਾ ਹੈ। ਬਾਹਰ ਟੋਲੇ ਸੋ ਭਰਮ ਭੁਲਾਹੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਗੁਰਸਿੱਖ ਆਪਣੇ ਹਿਰਦੇ ਘਰ ਦੇ ਅੰਦਰ ਹੀ ਝਾਤ ਮਾਰ, ਅੰਤਰਮੁਖੀ ਹੋ ਕੇ ਪਰਮਾਤਮਾ ਦੇ ਸਰੂਪ ਨੂੰ ਦੇਖਣਾ ਕਰ, ਕਿਉਂਕਿ ਬਾਹਰ ਨਾਹੀ। ਜੇ ਬਾਹਰ ਮੁਖੀ ਹੋ ਕਰਕੇ ਦੇਖਣ ਦਾ ਯਤਨ ਕਰੇਗਾ ਤੇ ਨਜ਼ਰ ਨਹੀਂ ਆਵੇਗਾ। ਉਹ ਪਰਮੇਸ਼ਰ ਆਤਮਾ ਰੂਪ ਹੋ ਕੇ ਤੇਰੇ ਹਿਰਦੇ ਅੰਦਰ ਵਸ ਰਿਹਾ ਹੈ। ਇਸ ਲਈ ਉਸ ਆਤਮਾ ਦੀ ਪਹਿਚਾਣ ਕਰ। ਆਤਮਾ ਦੀ ਪਹਿਚਾਣ ਤਾਂ ਹੋਵੇਗੀ ਜੇ ਗੁਰਮਤਿ ਨੂੰ ਧਾਰਨ ਕਰੇਗਾ, ਤਾਂ ਉਹ ਵਾਹਿਗੁਰੂ ਦੇ ਸਰੂਪ ਦੇ ਆਨੰਦ ਨੂੰ ਮਾਣ ਸਕਦਾ ਹੈ। ਜਿਵੇਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ। ਹੇ ਮਨਾ, ਪਰਮਾਤਮਾ ਤੇਰੇ ਨਾਲ ਹੀ ਵਸਦਾ ਹੈ, ਪਰ ਤੂੰ ਬਾਹਰ ਮੁਖੀ ਹੋ ਕਰਕੇ ਲੱਭਦਾ ਫਿਰ ਰਿਹਾ ਹੈ, ਜੰਗਲਾਂ ਵਿੱਚ ਭਟਕ ਰਿਹਾ ਹੈ। ਇਸ ਲਈ ਉਹ ਪਰਮਾਤਮਾ ਤੈਨੂੰ ਦਿਸਦਾ ਨਹੀਂ। ਜੇ ਅੰਤਰਮੁਖੀ ਹੋ ਕੇ ਵਾਹਿਗੁਰੂ ਨੂੰ ਦੇਖੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਚਾਰ ਰੂਪ ਨਿਗਾਹ ਦੇ ਨਾਲ ਅੰਦਰ ਝਾਤ ਮਾਰੇ, ਤੈਨੂੰ ਹਿਰਦੇ ਘਰ ਦੇ ਵਿੱਚ ਹੀ ਪਰਮਾਤਮਾ ਨਜ਼ਰ ਆਵੇਗਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ, ਬਾਹਰ ਟੋਲੇ ਸੋ ਭਰਮ ਭੁਲਾਹੀ। ਜਿਹੜਾ ਬਾਹਰ ਮੁਖੀ ਹੋ ਕਰਕੇ ਰੱਬ ਨੂੰ ਲੱਭਣ ਦਾ ਯਤਨ ਕਰਦਾ ਹੈ, ਉਹ ਜਾਣੋ ਕਿ ਭਰਮਾਂ ਵਿੱਚ ਪੈ ਕੇ ਭੁਲੇਖਿਆਂ ਵਿੱਚ ਪਿਆ ਹੋਇਆ ਬਾਰ-ਬਾਰ ਭਟਕਦਾ ਹੀ ਰਹਿੰਦਾ ਹੈ।
ਉਹ ਕਦੇ ਵਾਹਿਗੁਰੂ ਦੇ ਸਰੂਪ ਨੂੰ ਪ੍ਰਾਪਤ ਨਹੀਂ ਕਰ ਸਕਦਾ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜਿਨ੍ਹਾਂ ਵਡਭਾਗੇ ਪੁਰਖਾਂ ਨੇ ਆਪਣੇ ਹਿਰਦੇ ਘਰ ਅੰਦਰ ਹੀ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਹੈ। ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਗੁਰਮੁਖ ਪਿਆਰਾ ਭਾਵੇਂ ਪ੍ਰਤੱਖ ਵੀ ਆਪਣੇ ਘਰ ਦੇ ਵਿੱਚ ਹੋਵੇ ਚਾਹੇ ਬਾਹਰ ਕਿਸੇ ਵੀ ਥਾਂ ਤੇ ਹੋਵੇ, ਉਹ ਸੁਖੀ ਰਹਿੰਦਾ ਹੈ। ਇਸ ਪ੍ਰਕਾਰ ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਗੁਰਮੁਖ ਪਿਆਰਾ ਭਾਵੇਂ ਹਿਰਦੇ ਘਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਮਾਧੀ ਲੀਨ ਹੋ ਕਰਕੇ ਰਹਿੰਦਾ ਤਾਂ ਵੀ ਪਰਮ ਸੁਖ ਦੇ ਵਿੱਚ ਹੈ। ਚਾਹੇ ਸੰਸਾਰ ਦੇ ਅੰਦਰ ਵਿਚਰਦਾ ਹੈ ਤਾਂ ਵੀ ਉਹ ਗੁਰਮੁਖ ਪਿਆਰਾ ਸੁਹੇਲਾ ਸੁਖੀ ਰਹਿੰਦਾ ਹੈ। ਉਹ ਗੁਰਮੁਖ ਪਿਆਰੇ ਦਾ ਜੀਵਨ ਬੜਾ ਸੁਖਾਲਾ ਹੋ ਜਾਂਦਾ ਹੈ ਜੋ ਸਤਿਗੁਰੂ ਜੀ ਦੀ ਮਿਹਰ ਨਾਲ ਆਪਣੇ ਹਿਰਦੇ ਘਰ ਵਿੱਚੋਂ ਵਾਹਿਗੁਰੂ ਨੂੰ ਪਾ ਲੈਂਦਾ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਐਸਾ ਪਰਮੇਸ਼ਰ ਦਾ ਨਾਮ ਰਸ ਹੈ ਜੋ ਅੰਮ੍ਰਿਤ ਵਰਗਾ ਮਿਠਾਸ ਭਰਿਆ ਹੈ, ਜੀਵ ਨੂੰ ਅਮਰ ਕਰ ਦੇਣ ਵਾਲਾ ਹੈ, ਅਮਰ ਪਦਵੀ ਤੇ ਪਹੁੰਚਾਉਣ ਵਾਲਾ ਪਰਮੇਸ਼ਰ ਦਾ ਨਾਮ ਰਸ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਖ ਰਹੇ ਜਿਨ੍ਹਾਂ ਨੇ ਗੁਰੂ ਕਿਰਪਾ ਦੁਆਰਾ ਪਰਮੇਸ਼ਰ ਨੂੰ ਹਿਰਦੇ ਘਰ ਦੇ ਵਿੱਚੋਂ ਪਾ ਲਿਆ, ਸਦਾ ਹੀ ਸਤੋਮਈ ਉਹਨਾਂ ਦੀ ਐਸੀ ਬਿਰਤੀ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀਆਂ ਝਲਕਾਂ, ਪਰਮਾਤਮਾ ਦੇ ਸਰੂਪ ਦੀਆਂ ਝਲਕਾਂ ਦੇ ਸਦਾ ਹੀ ਚਰਨੇ ਫੁੱਟੇ ਰਹਿੰਦੇ ਹੈ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਇੱਕ ਲਗਾਤਾਰ ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਦੀ ਵਰਖਾ ਹੁੰਦੀ ਰਹਿੰਦੀ ਹੈ। ਜਿਵੇਂ ਸਾਧ ਸੰਗਤ ਜੀ ਲਗਾਤਾਰ ਜਦੋਂ ਬੱਦਲ ਦੀ ਵਰਖਾ ਹੁੰਦੀ ਹੈ ਨਾ, ਨੇੜੇ ਢੋਕ ਕਰਕੇ ਵਰਖਾ ਹੁੰਦੀ ਹੈ, ਬੱਦਲ ਨੀਵੇਂ ਹੋ ਕਰਕੇ ਪੈਂਦੇ ਹੈ, ਇਸ ਪ੍ਰਕਾਰ ਉਹਨੂੰ ਝਿਮ ਝਿਮੀ ਵਰਖਾ ਆਖਿਆ ਜਾਂਦਾ ਹੈ। ਤੇ ਜਦੋਂ ਸਿੱਖ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਨਜ਼ਦੀਕ ਹੋ ਕਰਕੇ ਸਤਿਗੁਰੂ ਜੀ ਉਪਦੇਸ਼ ਰੂਪੀ ਵਰਖਾ ਕਰਦੇ ਹੈ, ਫਿਰ ਸਾਧ ਸੰਗਤ ਜੀ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਪਰਮਾਤਮਾ ਦਾ ਪ੍ਰਕਾਸ਼ ਸਰੂਪ ਜੀਵ ਨੂੰ ਨਜ਼ਰ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਨਾਮ ਅੰਮ੍ਰਿਤ ਦੀ ਵਰਖਾ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਜਿਸ ਤੇ ਕਿਰਪਾ ਕਰਦੇ ਹੈ, ਹਿਰਦੇ ਰੂਪ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਵਸਾ ਦਿੰਦੇ ਆ। ਮਨ ਪੀਵੈ ਸੁਨ ਸ਼ਬਦ ਵਿਚਾਰਾ। ਹਜੂਰ ਕਹਿੰਦੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਜੋ ਸ਼ਬਦ ਦੀ ਵਿਚਾਰ ਹੈ, ਇਹ ਗੁਰੂ ਸ਼ਬਦ ਦੀ ਵਿਚਾਰ ਸਭ ਤੋਂ ਉੱਤਮ ਹੈ। ਮਹਾਰਾਜ ਵਿਚਾਰਵਾਨਾਂ ਨੇ ਹੀ ਨਾਮ ਅੰਮ੍ਰਿਤ ਨੂੰ ਅੰਤਰਮੁਖੀ ਹੋ ਕਰਕੇ ਪੀਵਣਾ ਕੀਤਾ ਹੈ, ਜਿਨ੍ਹਾਂ ਤੇ ਗਰੀਬ ਨਵਾਜ਼ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ। ਕਿਉਂਕਿ ਜਦੋਂ ਜੀਵ ਦੀ ਸਤੋਮਈ ਬਿਰਤੀ ਹੋ ਜਾਂਦੀ ਹੈ ਨਾ, ਫਿਰ ਪਰਮਾਤਮਾ ਦੇ ਦੀਦਾਰ ਦੇ ਝਲਕਾਰੇ ਦਿਸਣ ਲੱਗ ਪੈਂਦੇ ਹੈ। ਫਿਰ ਜਿਹੜੇ ਪ੍ਰਤੱਖ ਨਜ਼ਰ ਅੱਖਰ ਹਨ ਉਹ ਵੀ ਸਾਧ ਸੰਗਤ ਜੀ ਗੁਰਬਾਣੀ ਪੜ੍ਹਦਿਆਂ ਹੋਇਆਂ ਕਾਲਿਆਂ ਤੋਂ ਸੁਨਹਿਰੀ ਹੋ ਜਾਂਦੇ ਹੈ। ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਲਿਖਿਆ ਹੋਇਆ ਸੰਤ ਗਿਆਨੀ ਜਰਨੈਲ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਕਹਿੰਦੇ ਕਿ ਇੱਕ ਵਾਰ ਸੇਵਾ ਕਰਦੇ ਸੀ ਵੱਡੇ ਮਹਾਂਪੁਰਖਾਂ ਦੀ, ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ, ਜੋ ਦਮਦਮੀ ਟਕਸਾਲ ਦੇ 11ਵੇਂ ਜਥੇਦਾਰ ਹੋਏ ਹੈ। ਉਹਨਾਂ ਮਹਾਂਪੁਰਖਾਂ ਦੀ ਸੇਵਾ ਕਰਦਿਆਂ ਹੋਇਆ ਇੱਕ ਦਿਨ ਬੇਨਤੀ ਕੀਤੀ ਕਿ ਮਹਾਂਪੁਰਖੋ ਅੱਜ ਗੁਰਬਾਣੀ ਪੜ੍ਹਦਿਆਂ ਜੋ ਪ੍ਰਤੱਖ ਜਿਵੇਂ ਸੁਨਹਿਰੀ ਜਿਹੜੇ ਅੱਖਰ ਨਜ਼ਰ ਆਉਂਦੇ ਆ ਨਾ ਗੁਰਬਾਣੀ ਦੇ, ਇਉਂ ਸਾਨੂੰ ਪ੍ਰਤੀਤ ਹੋ ਰਿਹਾ ਸੀ। ਤੇ ਮਹਾਂਪੁਰਖ ਮੁਸਕਰਾ ਕੇ ਬ੍ਰਹਮ ਗਿਆਨੀ ਸਨ ਵਚਨ ਕੀਤਾ ਕਿ ਕੱਲ੍ਹ ਨੂੰ ਆ ਕਰਕੇ ਸਾਨੂੰ ਅੱਖਰ ਦਿਖਾਵਣੇ। ਕਹਿੰਦੇ ਜਦੋਂ ਗੁਰਬਾਣੀ ਪੜ੍ਹਦੇ ਆ ਇਸ ਪ੍ਰਕਾਰ ਅੰਤਰ ਧਿਆਨ ਹੁੰਦੇ ਤੇ ਸਾਨੂੰ ਵੇਦਾਂ ਦੇ ਸ਼ਾਸਤਰਾਂ ਦੇ ਉਹ ਸਾਰੇ ਅੱਖਰ ਸਾਹਮਣੇ ਆਉਣ ਲੱਗ ਪੈਂਦੇ ਆ। ਜਦੋਂ ਅਗਲੇ ਦਿਨ ਆਏ ਤੇ ਸਾਧ ਸੰਗਤ ਜੀ ਜਦੋਂ ਬੈਠ ਕਰਕੇ ਮਹਾਂਪੁਰਖਾਂ ਦੇ ਲਾਗੇ ਲਿਖਣ ਲੱਗੇ, ਕਦੇ ਗੀਤਾ ਦੇ ਸ਼ਲੋਕਾਂ ਦੇ ਪਾਠ ਸਾਹਮਣੇ ਆ ਜਾਣ, ਫਿਰ ਚਾਰੇ ਵੇਦ ਸਾਰੇ ਅੱਖਰ ਸਾਹਮਣੇ ਐ ਸੁਨਹਿਰੀ ਰੰਗ ਦੇ ਨਜ਼ਰ ਆ ਰਹੇ ਸੀ। ਜਦੋਂ ਲਿਖਣ ਲੱਗੇ ਤੇ ਆਕਾਸ਼ਬਾਣੀ ਹੋਈ ਕਿ ਨਹੀਂ, ਇਹ ਲਿਖੇ ਨਹੀਂ ਜਾ ਸਕਦੇ, ਇਹਨਾਂ ਨੂੰ ਲਿਖ ਕਰਕੇ ਨਹੀਂ ਦੱਸਿਆ ਜਾ ਸਕਦਾ। ਇਸ ਪ੍ਰਕਾਰ ਮਹਾਂਪੁਰਖਾਂ ਨੇ ਫਿਰ ਬਚਨ ਕੀਤਾ ਸੀ ਕਿ ਗੁਰਬਚਨ ਸਿੰਘ ਜੀ, ਇਹ ਗਿਆਨੀ ਜੀ ਤੁਹਾਡੀ ਇਹ ਜਿਹੜੀ ਇੰਨੀ ਉੱਚੀ ਅਵਸਥਾ ਹੋ ਗਈ, ਇਹਨੂੰ ਕੋਈ ਕਥਨ ਨਹੀਂ ਕਰ ਸਕਦਾ। ਇਸ ਪ੍ਰਕਾਰ ਸਾਧ ਸੰਗਤ ਜੀ
ਜਿੰਨੀਆਂ ਵੀ ਸੰਸਾਰ ਦੀਆਂ ਦੁਨਿਆਵੀ ਵਿਦਿਆਵਾਂ ਨੇ, ਸਭ ਉਹ ਪ੍ਰਤੱਖ ਸਾਹਮਣੇ ਅੱਖਰ ਨਜ਼ਰ ਆਉਣ ਲੱਗ ਪੈਂਦੇ ਆ। ਐਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਵਸਥਾ ਬਣ ਜਾਂਦੀ ਹੈ। ਇਸ ਪ੍ਰਕਾਰ ਹਜੂਰ ਨੇ ਫਰਮਾਨ ਕੀਤਾ, ਜਿਹੜੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਗੁਰੂ ਸ਼ਬਦ ਦੀ ਵਿਚਾਰ ਕੀਤੀ ਹੈ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਗੁਰੂ ਸ਼ਬਦ ਦੀ ਵਿਚਾਰ ਨੂੰ ਸੁਣ ਕਰਕੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸਰਵਣ ਕਰਕੇ ਉਹਨਾਂ ਨੇ ਮਨ ਕਰਕੇ ਵਾਹਿਗੁਰੂ ਦੇ ਨਾਮ ਰਸ ਨੂੰ ਪੀਤਾ ਹੈ। ਆਨੰਦ ਵਿਨੋਦ ਕਰੇ ਦਿਨ ਰਾਤੀ, ਰਾਤ ਦਿਨ ਪਰਮਾਤਮਾ ਦੇ ਚੋਜ ਦੇਖ ਕਰਕੇ ਹਰ ਸਮੇਂ ਵਾਹਿਗੁਰੂ ਦੇ ਆਨੰਦ ਦੇ ਵਿੱਚ ਰਹਿੰਦੇ ਹਨ, ਹਰ ਸਮੇਂ ਪਰਮੇਸ਼ਰ ਦੇ ਨਾਮ ਦੇ ਹੀ ਚੋਜ ਦੇਖਦੇ ਹਨ। ਸਦਾ ਸਦਾ ਹਰ ਕੇਲਾ ਜੀਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੇ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਪਿਆਰਾ ਜੋ ਗੁਰਮੁਖ ਜਨ ਹੈ, ਸਦਾ ਹੀ ਪਰਮਾਤਮਾ ਦੇ ਚੋਜ ਦੇਖਦਾ ਹੈ, ਸਦਾ ਹੀ ਵਾਹਿਗੁਰੂ ਦੇ ਨਾਮ ਆਨੰਦ ਦੇ ਵਿੱਚ ਲੀਨ ਰਹਿੰਦਾ ਹੈ। ਜਨਮ ਜਨਮ ਕਾ ਵਿਛੜਿਆ ਮਿਲਿਆ, ਜੋ ਜਨਮਾਂ ਜਨਮਾਂਤਰਾਂ ਦਾ ਜੀਵ ਵਿਛੜਿਆ ਸੀਗਾ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਹ ਪਰਮਾਤਮਾ ਨਾਲ ਮਿਲਿਆ ਹੈ। ਸਾਧ ਕਿਰਪਾ ਤੇ ਸੂਕਾ ਹਰਿਆ, ਸਾਧੂ ਜਨਾਂ ਦੇ ਜਿਨ੍ਹਾਂ ਤੇ ਕਿਰਪਾ ਹੋ ਗਈ, ਸਾਧ ਅਥਵਾ ਪੂਰੇ ਸਤਿਗੁਰੂ ਜੀ ਨੇ ਜਿਨ੍ਹਾਂ ਤੇ ਮਿਹਰ ਕੀਤੀ ਹੈ, ਉਹਨਾਂ ਦਾ ਸੁੱਕਾ ਹੋਇਆ ਮਨ ਵੀ ਹਰਾ ਭਰਾ ਹੋ ਗਿਆ ਹੈ। ਕਿਉਂਕਿ ਸਾਧ ਸੰਗਤ ਜੀ, ਜਿਸ ਰੁੱਖ ਨੂੰ ਪਾਣੀ ਨਾ ਮਿਲੇ ਉਹ ਸੁੱਕ ਜਾਂਦਾ ਹੈ, ਤੇ ਸੁੱਕੇ ਹੋਏ ਰੁੱਖ ਤੋਂ ਨਾ ਛਾਂ ਪ੍ਰਾਪਤ ਕੀਤੀ ਜਾ ਸਕਦੀ ਹੈ, ਨਾ ਕੋਈ ਫਲ ਉਹਦੇ ਤੋਂ ਲਿਆ ਜਾ ਸਕਦਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਹਨ, ਜਿਹਦਾ ਮਨ ਰੂਪੀ ਰੁੱਖੜਾ ਸੁੱਕ ਗਿਆ ਨਾ ਪ੍ਰੇਮ ਰੂਪੀ ਜਲ ਤੋਂ ਬਿਨਾਂ, ਉਹ ਕਦੇ ਸਾਧ ਸੰਗਤ ਜੀ ਸ਼ੁਭ ਗੁਣਾ ਰੂਪੀ ਇਹਨਾਂ ਪੱਤਿਆਂ ਦੇ ਸਹਿਤ ਹੋ ਕਰਕੇ ਫਿਰ ਸਾਧ ਸੰਗਤ ਸ਼ਰਧਾ ਰੂਪ ਛਾਂ ਵੀ ਉਹ ਨਹੀਂ ਕਦੇ ਧਾਰਨ ਕਰ ਸਕਦਾ, ਕਿਸੇ ਨੂੰ ਦੇ ਵੀ ਨਹੀਂ ਸਕਦਾ। ਔਰ ਸ਼ੁਭ ਗੁਣਾ ਰੂਪੀ ਪੰਖੜੀਆਂ ਦੇ ਵਿੱਚੋਂ ਨਹੀਂ ਖਿੜ ਸਕਦੀਆਂ, ਫਿਰ ਗਿਆਨ ਰੂਪੀ ਫਲ ਵੀ ਉਹ ਨਹੀਂ ਕਦੇ ਦੇ ਸਕਦਾ ਕਿਸੇ ਨੂੰ, ਜਿਹੜਾ ਆਪ ਸੁੱਕਾ ਹੋਇਆ ਹੈ। ਇਸ ਪ੍ਰਕਾਰ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੋਈ, ਮਹਾਰਾਜ ਕਹਿੰਦੇ ਸੁੱਕੇ ਤੋਂ ਹਰਿਆ ਹੋ ਗਿਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਕਿਰਪਾ ਕੀਤੀ, ਪ੍ਰੇਮ ਰੂਪੀ ਜਲ ਹਿਰਦੇ ਅੰਦਰ ਬਖਸ਼ਿਆ ਹੈ, ਉਹਨਾਂ ਗੁਰਮੁਖਾਂ ਦਾ ਮਨ ਹਰਾ ਭਰਾ ਹੋ ਗਿਆ ਹੈ। ਦਇਆ ਧਰਮ ਧੀਰਤਾ ਸ਼ੁਭ ਵਿਚਾਰਾਂ ਰੂਪੀ ਸਾਧ ਸੰਗਤ ਉੱਤੇ ਫਿਰ ਅੰਗੂਰ ਫੁੱਟ ਆਏ ਹੈ। ਫਿਰ ਸਤਿਗੁਰੂ ਜੀ ਦੀ ਮਿਹਰ ਦੇ ਨਾਲ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਗਿਆਨ ਰੂਪੀ ਫਲ ਲੱਗਾ ਹੈ। ਇਸ ਪ੍ਰਕਾਰ ਜਿਨ੍ਹਾਂ ਤੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਉਹਨਾਂ ਦਾ ਸੁੱਕਾ ਹੋਇਆ ਮਨ ਵੀ ਹਰਾ ਭਰਾ ਹੋ ਜਾਂਦਾ ਹੈ। ਸਮਤ ਪਾਏ ਨਾਮ ਧਿਆਏ, ਜਿਨ੍ਹਾਂ ਨੇ ਸਤਿਗੁਰੂ ਜੀ ਤੋਂ ਸ੍ਰੇਸ਼ਟ ਮੱਤ ਪਾਈ ਹੈ, ਉਹ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਗੁਰਮੁਖ ਹੋਏ ਮੇਲਾ ਜੀਓ। ਗਰੀਬ ਨਵਾਜ ਸਤਿਗੁਰੂ ਦੀ ਜਿਨ੍ਹਾਂ ਤੇ ਕਿਰਪਾ ਕਰਦੇ ਹੈ, ਉਹਨਾਂ ਦਾ ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਲਿਆ ਹੋਇਆ ਉਹ ਪਰਮੇਸ਼ਰ ਨੂੰ ਯਾਦ ਕਰਦੇ ਹੈ। ਮਹਾਰਾਜ ਕਹਿੰਦੇ, ਜਿਨ੍ਹਾਂ ਦਾ ਗੁਰਮੁਖਾਂ ਦੇ ਨਾਲ ਮੇਲ ਹੋ ਗਿਆ ਹੈ, ਹਜੂਰ ਕਹਿੰਦੇ ਉਹਨਾਂ ਨੇ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਯਾਦ ਕੀਤਾ ਹੈ ਜੀ। ਜਲ ਤਰੰਗ ਜਿਉ ਜਲ ਹੈ ਸਮਾਇਆ, ਜਿਵੇਂ ਪਾਣੀ ਦੇ ਵਿੱਚੋਂ ਤਰੰਗਾਂ ਉੱਠਦੀਆਂ ਨੇ, ਫਿਰ ਪਾਣੀ ਵਿੱਚ ਹੀ ਸਮਾ ਜਾਂਦੀਆਂ ਹਨ। ਕਦੇ ਝੱਗ ਬਣਦੀ ਹੈ ਜਾਂ ਬੁਲਬੁਲੇ ਬਣਦੇ ਆ, ਨਾਮ ਵੱਖੋ ਵੱਖਰੇ ਹੈ, ਪਰ ਹੈ ਅਸਲ ਦੇ ਵਿੱਚ ਉਹ ਪਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਜਿਵੇਂ ਪਾਣੀ ਵਿੱਚੋਂ ਤਰੰਗਾਂ ਉੱਠਦੀਆਂ ਨੇ, ਫਿਰ ਪਾਣੀ ਵਿੱਚ ਹੀ ਸਮਾ ਜਾਂਦੀਆਂ ਨੇ, ਤਿਵੇਂ ਜਾਣੋ ਕਿ ਜੋ ਬ੍ਰਹਮ ਸਰੂਪ ਹੈ ਨਾ, ਉਹ ਸਮੁੰਦਰ ਦੀ ਤਰ੍ਹਾਂ ਪਰਮਾਤਮਾ ਦਾ ਅਥਾਹ ਜਲ ਦੀ ਤਰ੍ਹਾਂ ਵਾਹਿਗੁਰੂ ਦਾ ਸਰੂਪ ਹੈ। ਅਕਾਲ ਪੁਰਖ ਵਾਹਿਗੁਰੂ ਦੀ ਚੇਤਨ ਸੱਤਾ, ਪਰਮਾਤਮਾ ਦੀ ਜੋ ਸ਼ਕਤੀ ਹੈ, ਇਹ ਹਵਾ ਰੂਪ ਹੋ ਕਰਕੇ ਸੰਸਾਰ ਦੇ ਜੀਵਾਂ ਰੂਪ ਤਰੰਗਾਂ ਦੇ ਵਿੱਚ ਵਰਤ ਰਹੀ ਹੈ। ਜਦੋਂ ਉਹ ਬੁਲਬੁਲੇ ਵਿੱਚੋਂ ਹਵਾ ਚਲੀ ਜਾਂਦੀ, ਫਿਰ ਪਾਣੀ ਵਿੱਚ ਹੀ ਮਿਲ ਜਾਂਦਾ। ਹਵਾ ਭਰੀ ਹੁੰਦੀ ਹੈ ਤਾਂ ਉਹ ਪਾਣੀ ਦੇ ਨਾਲੋਂ ਵੱਖਰਾ ਸਾਧ ਸੰਗਤ ਜੀ ਉਹ ਮਹਿਸੂਸ ਹੁੰਦਾ ਹੈ। ਜੇਕਰ ਆਪਣੇ ਆਪ ਵਿੱਚ ਵੱਖਰਾ ਮਹਿਸੂਸ ਕਰਨ ਲੱਗ ਪਵੇ, ਹਵਾ ਚਲੀ ਜਾਵੇ, ਤੇ ਫਿਰ ਆਖਰਕਾਰ ਉਹਨੂੰ ਪਾਣੀ ਵਿੱਚ ਮਿਲਣਾ ਪੈਂਦਾ। ਪਰ ਜਦੋਂ ਤੱਕ ਹਵਾ ਵਿੱਚ ਹੁੰਦੀ ਹੈ, ਉਦੋਂ ਤੱਕ ਸਾਧ ਸੰਗਤ ਜੀ ਪਾਣੀ ਦੇ ਤਲ ਦੇ ਉੱਪਰ ਦੂਰ ਦੂਰ ਤੱਕ ਜਾ ਕਰਕੇ ਆਨੰਦ ਮਾਣਦਾ ਹੈ। ਇਸੇ ਤਰ੍ਹਾਂ ਇਹ ਜੀਵ ਹੈ, ਜੀਵ ਰੂਪੀ ਇੱਕ ਬੁਲਬੁਲਾ ਹੈ।
ਪਰਮਾਤਮਾ ਦੀ ਚੇਤਨ ਸੱਤਾ ਰੂਪੀ ਹਵਾ ਭਰੀ ਹੋਈ ਹੈ। ਜਦੋਂ ਤੱਕ ਸਵਾਤ ਚੱਲਦੇ ਹੈ, ਸ਼ਕਤੀ ਹੈ, ਉਦੋਂ ਤੱਕ ਇਹ ਜੀਵਨ ਦਾ ਆਨੰਦ ਮਾਣ ਸਕਦਾ ਹੈ। ਜਦੋਂ ਪਰਮਾਤਮਾ ਆਪਣੀ ਚੇਤਨ ਸੱਤਾ ਰੂਪ ਸ਼ਕਤੀ ਜੀਵ ਦੇ ਹਿਰਦੇ ਇਹ ਜੀਵ ਰੂਪ ਬੁਲਬੁਲੇ ਚੋਂ ਹਵਾ ਕੱਢ ਲੈਂਦਾ, ਫਿਰ ਜਿਸ ਮਿੱਟੀ ਤੋਂ ਬਣਿਆ ਉਸੇ ਮਿੱਟੀ ਵਿੱਚ ਹੀ ਮਿਲ ਜਾਂਦਾ ਹੈ। ਇਸ ਕਰਕੇ ਮਹਾਰਾਜ ਹਜ਼ੂਰ ਕਹਿੰਦੇ ਹਨ, ਹੈ ਗੁਰਸਿੱਖ, ਜਿਸ ਜਲ ਤੋਂ ਇਹ ਸੰਸਾਰ ਦੀਆਂ ਤਰੰਗਾਂ ਉੱਠੀਆਂ ਹੈ ਨਾ, ਉਸੇ ਵਿੱਚ ਹੀ ਮਿਲ ਜਾਣ ਵਾਲੀਆਂ ਹਨ। ਤਿਉ ਜੋਤੀ ਸੰਗ ਜੋਤ ਮਿਲਾਇਆ। ਜਿਵੇਂ ਪਰਮਾਤਮਾ ਨੇ ਜੋਤੀ ਸਰੂਪ ਪਰਮੇਸ਼ਰ ਨੇ ਜੀਵ ਦੀ ਜੋਤ ਨੂੰ ਆਪਣੇ ਸਰੂਪ ਦੇ ਵਿੱਚ ਮਿਲਾਇਆ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਸ ਜੋਤ ਨੂੰ ਜੋਤੀ ਸਰੂਪ ਪਰਮਾਤਮਾ ਨੇ ਮਿਲਾ ਲਿਆ, ਮਹਾਰਾਜ ਕਹਿੰਦੇ ਉਹਦੀ ਜੀਵਨ ਯਾਤਰਾ ਸੰਪੂਰਨ ਹੋ ਗਈ ਹੈ। ਫਿਰ ਉਹਨੂੰ ਦੁਬਾਰਾ ਜਗਤ ਅੰਦਰ ਜਨਮ ਨਹੀਂ ਲੈਣਾ ਪਿਆ, ਵਾਹਿਗੁਰੂ ਦੀ ਅਭੇਦਤਾ ਮਿਲ ਗਈ ਹੈ। ਕਹੋ ਨਾਨਕ ਭ੍ਰਮ ਕੱਟੇ ਕਿਵਾੜਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਆ, ਜਿਨ੍ਹਾਂ ਦੇ ਭਰਮ ਦੇ ਕਵਾੜ ਕੱਟ ਦਿੱਤੇ ਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜਿਨ੍ਹਾਂ ਭਰਮਾਂ ਕਰਕੇ ਜੋ ਪਰਮਾਤਮਾ ਦਾ ਸਰੂਪ ਹਿਰਦੇ ਘਰ ਦੇ ਵਿੱਚ ਹੁੰਦਾ ਹੋਇਆ ਵੀ ਨਜ਼ਰ ਨਹੀਂ ਆਉਂਦਾ, ਕਿਉਂਕਿ ਭਰਮ ਇੱਕ ਪਰਦੇ ਦੀ ਤਰ੍ਹਾਂ ਹੈ। ਪਰਦੇ ਉਹਲੇ ਚੀਜ਼ ਭਾਵੇਂ ਘਰ ਦੇ ਵਿੱਚ ਹੀ ਪਈ ਹੋਵੇ, ਉਹ ਨਜ਼ਰ ਨਹੀਂ ਆਉਂਦੀ। ਜਿੰਨਾ ਸਮਾਂ ਮਰਜ਼ੀ ਮਨੁੱਖ ਲੱਭਦਾ ਰਹੇ, ਭਾਲਦਾ ਰਹੇ, ਬਾਰ-ਬਾਰ ਢੂੰਡਦਾ ਰਹੇ, ਪਰ ਇਹ ਪਤਾ ਹੀ ਨਹੀਂ ਕਿ ਪਰਦੇ ਉਹਲੇ ਚੀਜ਼ ਪਈ ਘਰ ਦੇ ਵਿੱਚ ਹੀ, ਉਹ ਕਿਵੇਂ ਪ੍ਰਾਪਤ ਕਰ ਸਕੇਗਾ। ਭਰਮ ਵੀ ਇੱਕ ਪਰਦੇ ਦੀ ਤਰ੍ਹਾਂ ਹੈ। ਅਸਲੀਅਤ ਉੱਪਰ ਇਹ ਪਰਦਾ ਪਿਆ ਹੋਇਆ ਹੈ। ਇਉਂ ਕਹਿ ਲਓ ਕਿ ਜੋ ਸੱਚ ਹੈ ਉਹ ਨਜ਼ਰ ਨਹੀਂ ਆਉਂਦਾ, ਤੇ ਜੋ ਸੱਚ ਨਹੀਂ ਹੈ ਉਹਦੇ ਨੂੰ ਸੱਚ ਸਮਝੀ ਬੈਠਾ ਹੈ। ਸੱਚ ਦੇ ਉੱਪਰ ਸ਼ੱਕ ਕਰਦਾ, ਜੋ ਸੱਚ ਨਹੀਂ ਹੈ ਉਹਨੂੰ ਸੱਚ ਮੰਨੀ ਬੈਠਾ। ਜਿਵੇਂ ਹਜ਼ੂਰ ਨੇ ਫਰਮਾਨ ਕੀਤਾ, ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਮਹਾਰਾਜ ਭਰਮ ਬਾਬਤ ਕੀ ਆਖ ਸਕਦੇ ਹਨ? ਜੋ ਸੱਚ ਮੰਨੀ ਬੈਠੇ ਉਹ ਸੱਚ ਹੈ ਨਹੀਂ, ਜੋ ਸੱਚ ਹੈ ਉਹ ਸਾਡੇ ਮੰਨਣ ਵਿੱਚ ਨਹੀਂ ਆਉਂਦਾ। ਐਸਾ ਭਰਮ ਦਾ ਜੋ ਕਿਵਾੜ ਹੈ, ਕੇਵਲ ਸਤਿਗੁਰੂ ਜੀ ਹੀ ਕੱਟ ਸਕਦੇ ਆ। ਕਿਉਂਕਿ ਜਦੋਂ ਤੱਕ ਮਤ ਤੇ ਭਰਮ ਹਨ, ਮਹਾਰਾਜ ਕਹਿੰਦੇ ਡੀਗਨ ਡੋਲਾ ਤਾਊ ਲਾਓ ਜੋ ਮਨ ਕੇ ਭਰਮਾ, ਉਦੋਂ ਤੱਕ ਜੀਵ ਡਗਮਗਾਉਂਦਾ ਰਹਿੰਦਾ ਹੈ, ਜੀਵਨ ਵਿੱਚ ਬਾਰ-ਬਾਰ ਡੋਲਦਾ ਰਹਿੰਦਾ ਹੈ, ਜਦੋਂ ਤੱਕ ਮਨ ਦੇ ਅੰਦਰ ਭਰਮ ਹਨ। ਡੀਗਨ ਡੋਲਾ ਤਾਊ ਲਾਓ ਜੋ ਮਨ ਕੇ ਭਰਮਾ, ਭ੍ਰਮ ਕਾਟੇ ਗੁਰ ਆਪਣੈ ਪਾਏ ਵਿਸਰਾਮਾ। ਸਤਿਗੁਰੂ ਜੀ ਕਿਰਪਾ ਕਰਕੇ ਭਰਮ ਦਾ ਪੜਦਾ ਕੱਟ ਦੇਣ, ਤਾਂ ਫਿਰ ਜੀਵ ਨੂੰ ਵਿਸ਼ਰਾਮ ਮਿਲਦਾ, ਤਾਂ ਵਾਹਿਗੁਰੂ ਦੇ ਸਰੂਪ ਦੀ ਅਭੇਦਤਾ ਪਾਉਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਹੋ ਨਾਨਕ ਭਰਮ ਕੱਟੇ ਕਿਵਾੜਾ। ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਜੀਵ ਦੇ ਹਿਰਦੇ ਅੰਦਰੋਂ ਭਰਮ ਨੂੰ ਕੱਟ ਦਿੱਤਾ ਹੈ। ਬਾਹੜ ਨਾ ਹੋਈਐ ਜੌਲਾ ਜੀਓ। ਫਿਰ ਉਸ ਨੂੰ ਦੁਬਾਰਾ ਸੰਸਾਰ ਦੇ ਅੰਦਰ ਜਨਮ ਨਹੀਂ ਧਾਰਨ ਕਰਨਾ ਪਿਆ। ਬਾਹੜ ਫਿਰ ਬਾਰ-ਬਾਰ ਸੰਸਾਰ ਦੇ ਅੰਦਰ ਭਟਕਣਾ ਨਹੀਂ ਪਿਆ, ਜਗਤ ਅੰਦਰ ਜਨਮ ਨਹੀਂ ਲੈਣਾ ਪਿਆ, ਸੰਸਾਰ ਦੇ ਅੰਦਰ ਜੂਨਾਂ ਦੇ ਵਿੱਚ ਨਹੀਂ ਜਾਣਾ ਪਿਆ, ਜਿਸ ਦੇ ਮਹਾਰਾਜ ਨੇ ਕਿਰਪਾ ਕਰਕੇ ਭਰਮ ਕੱਟ ਦਿੱਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾਉਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜਲ ਤਰੰਗ ਜਿਉ ਜਲ ਹੈ ਸਮਾਇਆ, ਤਿਉ ਜੋਤੀ ਸੰਗ ਜੋਤ ਮਿਲਾਇਆ। ਕਹੋ ਨਾਨਕ ਭ੍ਰਮ ਕੱਟੇ ਕਿਵਾੜਾ, ਬਾਹੜ ਨਾ ਹੋਈਐ ਜੌਲਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।